Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਆਪਣਾ ਹਫਤਾਵਾਰੀ ਇਮੀਗ੍ਰੇਸ਼ਨ ਅਪਡੇਟਸ ਦਾ ਪ੍ਰੋਗਰਾਮ ਹੈ। ਇਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਅਮਰੀਕਾ ਦੀ ਇਮੀਗ੍ਰੇਸ਼ਨ ਦੀ, ਨਾਲੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਤੋ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬੜਾ ਧੰਨਵਾਦੀ ਹਾਂ ਕਿ ਤੁਸੀਂ ਇਹਨਾਂ ਵੀਡੀਓਜ਼ ਨੂੰ ਬਹੁਤ ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ ਅਤੇ ਇਸੇ ਤਰ੍ਹਾਂ ਹੀ ਅਗਾਂਹ ਵਾਸਤੇ ਵੀ ਕਰਦੇ ਰਹੋ ਤਾਂ ਕਿ ਹੋਰ ਜਿਹੜੇ ਸੱਜਣ ਨੇ ਜਿਨ੍ਹਾਂ ਨੂੰ ਕਿ ਕੋਈ ਸਲਾਹ ਚਾਹੀਦੀ ਹੈ ਜਾਂ ਉਹਨਾਂ ਨੂੰ ਇਹਨਾਂ ਵਿੱਚੋਂ ਕੋਈ ਸੇਧ ਮਿਲਦੀ ਹੈ, ਕੋਈ ਜਾਣਕਾਰੀ ਮਿਲਦੀ ਹੈ, ਉਹ ਮਿਲ ਸਕੇ। ਅਤੇ ਆਪਾਂ ਸ਼ੁਰੂ ਕਰਦੇ ਹਾਂ ਸਾਰਿਆਂ ਤੋਂ ਪਹਿਲਾਂ ਤਾਂ ਇਸ ਵੀਕ ਦੀਆਂ ਅਪਡੇਟਸ ਦੀ। ਸਭ ਤੋਂ ਵੱਡੀ ਅਪਡੇਟ ਆ ਉਹ ਇਹ ਹੈਗੀ ਆ ਡਾਕਾ ਬਾਰੇ, ਕਿ ਜਿਹੜਾ ਡਾਕਾ ਪ੍ਰੋਗਰਾਮ ਹੈ ਜਿਹਦੇ ਅੰਡਰ ਕਿ ਜਿਹੜੇ ਇੱਥੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਅਮਰੀਕਾ 'ਚ ਆਏ ਸੀਗੇ ਜਿਨ੍ਹਾਂ ਕੋਲ ਕਿ ਗ੍ਰੀਨ ਕਾਰਡ ਨਹੀਂ ਹੈਗੇ ਜਾਂ ਉਹਨਾਂ ਦਾ ਸਟੇਟਸ ਅਨਲੌਫੁਲ ਹੈ, ਉਹਨਾਂ ਨੂੰ ਜਿਹੜਾ ਵਰਕ ਪਰਮਿਟ ਵਗੈਰਾ ਦੇਣ ਵਾਸਤੇ ਜਿਹੜਾ ਪ੍ਰੋਗਰਾਮ ਬਣਾਇਆ ਸੀਗਾ ਪ੍ਰੈਜ਼ੀਡੈਂਟ ਓਬਾਮਾ ਨੇ। ਉਦੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਨੇ ਇਹਨੂੰ ਜਿਹੜਾ ਸੀਗਾ ਉਹ ਡਿਸਕੰਟੀਨਿਊ ਕੀਤਾ, ਫਿਰ ਸੁਪਰੀਮ ਕੋਰਟ ਨੇ ਅਲਾਓ ਕੀਤਾ ਅਤੇ ਉਹਨੂੰ ਹੁਣ ਫਿਰ ਇੱਕ ਫੈਡਰਲ ਜੱਜ ਨੇ ਜਿਹੜੇ ਕਿ ਟੈਕਸਸ ਦੇ ਜੱਜ ਨੇ, ਉਹਨਾਂ ਨੇ ਉਹਨੂੰ ਉਹਦੇ ਖਿਲਾਫ ਜਿਹੜੀ ਹੈਗੀ ਰੂਲਿੰਗ ਦਿੱਤੀ ਆ ਅਤੇ ਉਹਨਾਂ ਨੇ ਆਰਡਰ ਕੀਤਾ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਕਿ ਜਿਹੜੀਆਂ ਨਵੀਆਂ ਡਾਕਾ ਐਪਲੀਕੇਸ਼ਨਸ ਨੇ ਉਹ ਲੈਣੀਆਂ ਬੰਦ ਕਰੋ ਅਤੇ ਇਹਨਾਂ ਨੂੰ ਅਪਰੂਵ ਕਰਨੀਆਂ ਬੰਦ ਕਰੋ। ਸੋ ਅ ਫੈਡਰਲ ਜੱਜ ਇਨ ਸਦਰਨ ਟੈਕਸਸ ਆਰਡਰਡ ਦਾ ਬਾਈਡਨ ਐਡਮਿਨਿਸਟ੍ਰੇਸ਼ਨ ਟੂ ਇਮੀਡੀਏਟਲੀ ਸਟਾਪ ਗ੍ਰਾਂਟਿੰਗ ਨਿਊ ਐਪਲੀਕੇਸ਼ਨਸ ਅੰਡਰ ਦਾ ਓਬਾਮਾ ਏਰਾ ਇਮੀਗ੍ਰੇਸ਼ਨ ਪ੍ਰੋਗਰਾਮ ਨੋਨ ਐਜ਼ ਡਾਕਾ। ਤੋ ਜਿਹੜੇ ਇਹ ਜੱਜ ਸਾਹਿਬ ਨੇ ਆਰਡਰ ਕੀਤਾ, ਇਹਨਾਂ ਦਾ ਨਾਂ ਹੈਗਾ ਜੱਜ ਐਂਡਰਿਊ ਹੈਨਨ, ਅਤੇ ਇਹ 5 ਪੇਜ ਦਾ ਆਰਡਰ ਆ। ਅਤੇ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਹੈਗੀ ਆ ਉਹ ਨਵੀਆਂ ਐਪਲੀਕੇਸ਼ਨਾਂ ਜਿਹੜੀਆਂ ਨੇ ਉਹ ਲੈਣੀਆਂ ਬੰਦ ਕਰੇ। ਅਤੇ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਪ੍ਰੋਗਰਾਮ ਹੈਗਾ ਡਿਫਰਡ ਐਕਸ਼ਨ ਫॉर ਚਾਈਲਡਹੁੱਡ ਅਰਾਈਵਲ ਪ੍ਰੋਗਰਾਮ ਨੋਨ ਐਜ਼ ਡਾਕਾ, ਇਹਦੀ ਜਿਹੜੀ ਕ੍ਰੀਏਸ਼ਨ ਹੀ ਆ ਉਹ ਕਾਨੂੰਨ ਦੇ ਖਿਲਾਫ ਹੋਈ ਸੀ। ਇਟ ਵਾਜ਼ ਕ੍ਰੀਏਟਡ ਇਨ ਵਾਇਲੇਸ਼ਨ ਆਫ ਲਾਅ ਹੂਜ਼ ਐਗਜ਼ਿਸਟੈਂਸ ਵਾਇਲੇਟਸ ਦਾ ਲਾਅ। ਅਤੇ ਉਹਨਾਂ ਨੇ ਕਿਹਾ ਕਿ ਜਿਹੜੇ ਹੁਣ ਦੇ ਐਪਲੀਕੈਂਟ ਹੈਗੇ ਆ ਉਹਨਾਂ ਨੂੰ ਇਮੀਡੀਏਟਲੀ ਉਹਨਾਂ ਦਾ ਸਟੇਟਸ ਤਾਂ ਨਹੀਂ ਖਤਮ ਹੋਊਗਾ ਜਿਨ੍ਹਾਂ ਨੇ ਆਲਰੇਡੀ ਅਪਲਾਈ ਕੀਤਾ, ਪਰ ਨਵੀਆਂ ਜਿਹੜੀਆਂ ਐਪਲੀਕੇਸ਼ਨਾਂ ਨੇ ਉਹ ਨਹੀਂ ਲਈਆਂ ਜਾ ਸਕਦੀਆਂ। ਅਤੇ ਉਹਨਾਂ ਨੇ ਕਿਹਾ ਵੀ ਆਹ ਡੇਟ ਤੋਂ ਬਾਅਦ ਜਿਹੜੀ ਡੇਟ ਦਾ ਆਰਡਰ ਆ ਵੀ ਜਿਹੜਾ ਹੈਗਾ ਫਰੋਮ ਦਿਸ ਡੇਟ ਫਾਰਵਰਡ ਦ ਯੂਨਾਈਟਿਡ ਸਟੇਟਸ ਆਫ ਅਮਰੀਕਾ, ਇਟਸ ਡਿਪਾਰਟਮੈਂਟਸ, ਏਜੰਸੀਜ਼, ਆਫਿਸਰਸ, ਏਜੰਟਸ, ਇੰਪਲੋਈਜ਼ ਆਰ ਹੀਅਰ ਬਾਏ ਐਨਜੋਇਨਡ ਫਰੋਮ ਐਡਮਿਨਿਸਟਰਿੰਗ ਦ ਡਾਕਾ ਪ੍ਰੋਗਰਾਮ। ਉਹ ਕਹਿੰਦੇ ਵੀ ਆਹ ਡੇਟ ਤੋਂ ਬਾਅਦ ਤੁਸੀਂ ਇਹਨੂੰ ਨਹੀਂ ਕਰ ਸਕਦੇ। ਅਤੇ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਇਹ ਪ੍ਰੋਗਰਾਮ ਹੈ ਇਹਨੂੰ ਜਦੋਂ ਲਾਗੂ ਕੀਤਾ ਗਿਆ ਅਤੇ ਉਹਦੇ ਨਾਲ ਜਿਹੜਾ ਫੈਡਰਲ ਰੈਗੂਲੇਟਰੀ ਪ੍ਰੋਸੀਜਰ ਆ, ਜਿਹੜਾ ਪ੍ਰੋਸੀਜਰ ਆ ਉਹ ਪ੍ਰੋਪਰ ਫੋਲੋ ਨਹੀਂ ਕੀਤਾ ਗਿਆ। ਅਤੇ ਇਹ ਜਿਹੜਾ ਕੰਮ ਹੈਗਾ ਵੀ ਕਿਸੇ ਨੂੰ ਇੱਥੇ ਗ੍ਰੀਨ ਕਾਰਡ ਦੇਣਾ ਜਾਂ ਮਤਲਬ ਪੱਕਾ ਕਰਨਾ, ਇਹ US ਕਾਂਗਰਸ ਦਾ ਕੰਮ ਹੈ, ਪ੍ਰੈਜ਼ੀਡੈਂਟ ਦਾ ਨਹੀਂ ਹੈਗਾ। ਅਤੇ ਕਾਂਗਰਸ ਨੇ ਇੱਥੇ ਕੋਈ ਐਕਸ਼ਨ ਨਹੀਂ ਲਿਆ। ਇਹਦੇ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਜਿਹੜਾ ਹੈਗਾ ਰੋਕ ਰਹੇ ਹਾਂ। ਅਤੇ ਉਹ ਕਹਿੰਦੇ ਵੀ ਇਹਦੇ 'ਤੇ ਜੇ ਕੋਈ ਬਣਾਉਣਾ ਹੀ ਆ ਕਾਨੂੰਨ ਤਾਂ US ਕਾਂਗਰਸ ਬਣਾਵੇ। ਹੁਣ ਇੱਥੇ ਜਿਹੜੀ US ਕਾਂਗਰਸ ਹੈਗੀ ਆ ਉਹਦੇ ਬਾਰੇ ਆਪਾਂ ਗੱਲ ਹਮੇਸ਼ਾ ਕਰਦੇ ਹੀ ਆਪਣੇ ਪ੍ਰੋਗਰਾਮ ਦੇ ਵਿੱਚ ਵੀ। ਜਿਹੜਾ ਹਾਊਸ ਆਫ ਰੈਪਰੈਜ਼ੈਂਟੇਟਿਵ ਇਹਨੇ 2 ਬਿੱਲ ਜਿਹੜੇ ਆ ਉਹ ਪਾਸ ਕਰਕੇ ਸੈਨੇਟ ਨੂੰ ਭੇਜੇ ਆ। ਉਹਨਾਂ ਵਿੱਚ ਇੱਕ ਬਿੱਲ ਇਸੇ ਡਾਕਾ ਪ੍ਰੋਗਰਾਮ ਨਾਲ ਹੀ ਰਿਲੇਟਡ ਹੈਗਾ, ਜਿਹੜੇ ਬੱਚੇ 18 ਸਾਲ ਤੋਂ ਘੱਟ ਆ ਉਹਨਾਂ ਦੇ ਨਾਲ। ਅਤੇ ਦੂਜਾ ਜਿਹੜਾ ਪ੍ਰੋਗਰਾਮ ਹੈ ਉਹ ਹੈਗਾ TPS ਵਰਕਰ ਅਤੇ ਜਿਹੜੇ ਐਗਰੀਕਲਚਰ ਵਰਕਰ ਆ ਉਹਨਾਂ ਬਾਰੇ। ਸੋ ਇਹ ਜਿਹੜੇ ਬਿੱਲ ਹੈਗੇ ਆ ਇਹ ਹੁਣ ਸੈਨੇਟ ਕੋਲ ਗਏ ਆ, ਸੈਨੇਟ ਕੋਲ ਪਏ ਆ, ਪਰ ਸੈਨੇਟ ਜਿਹੜੀ ਆ ਉਹ ਇਹ 'ਤੇ ਹੁਣ ਕਦੋਂ ਐਕਟ ਕਰਦੀ ਆ ਇਹ ਦੇਖਣ ਵਾਲੀ ਗੱਲ ਆ। ਹੁਣ ਸੈਨੇਟ ਦੇ ਵਿੱਚ ਬੜੀਆਂ ਮੀਟਿੰਗਾਂ ਹੋਈਆਂ ਪਰ ਕੋਈ ਸਹਿਮਤੀ ਨਹੀਂ ਬਣ ਸਕੀ। ਉਹ ਇਸ ਕਰਕੇ ਨਹੀਂ ਬਣ ਸਕੀ ਕਿ ਜਿਹੜੇ ਕੁਛ ਲੀਡਰ ਨੇ ਉਹ ਇਸ ਗੱਲ 'ਤੇ ਸਹਿਮਤ ਨਹੀਂ ਹੈਗੇ। ਉਹ ਕਹਿੰਦੇ ਪਹਿਲਾਂ ਜਿਹੜਾ ਕੰਟਰੋਲ ਕਰੋ ਤੁਸੀਂ ਜਿਹੜਾ ਹੈਗਾ ਸਦਨ ਬਾਰਡਰ ਦਾ, ਉਸ ਤੋਂ ਬਾਅਦ ਇਹ ਗੱਲ ਹੋਏਗੀ। ਅਤੇ ਉਹਦਾ ਹੁਣ ਜਿਹੜਾ ਹੁਣ ਗਾਹਾਂ ਇਹ 'ਤੇ ਜਿਹੜੀ ਫਰਦਰ ਕਾਰਵਾਈ ਆ ਉਹ ਇਹ ਹੋ ਰਹੀ ਆ ਕਿ ਜਿਹੜਾ ਇਨਫਰਾਸਟਰਕਚਰ ਬਿੱਲ ਇੱਕ ਹੈਗਾ ਉਹ ਪਾਸ ਹੋਣ ਜਾ ਰਿਹਾ ਜਾਂ ਉਹਨੂੰ ਪੇਸ਼ ਕਰਨਗੇ ਸੈਨੇਟ ਦੇ ਵਿੱਚ। ਉਹਦੇ ਵਿੱਚ ਉਹ ਇਹ ਕਹਿ ਰਹੇ ਆ ਵੀ ਇਹਨੂੰ ਉਹਦੇ ਨਾਲ ਜੋੜ ਕੇ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਉਹਨੂੰ ਰੀਕਨਸੀਲੇਸ਼ਨ ਪ੍ਰੋਸੈਸ ਕਹਿੰਦੇ ਆ। ਉਹਦੇ ਵਿੱਚ ਫਿਰ ਜਿਹੜੀਆਂ 60 ਵੋਟਾਂ ਹੁੰਦੀਆਂ ਫਿਲੇਬਸਟਰ ਦੀਆਂ ਉਹਦੀ ਲੋੜ ਨਹੀਂ ਪੈਂਦੀ, ਸਿੰਪਲ ਮੈਜੋਰਟੀ ਨਾਲ ਪਾਸ ਹੋ ਸਕਦਾ। ਉਹ ਸਿੰਪਲ ਮੈਜੋਰਟੀ ਨਾਲ ਕੋਈ ਹੈਗੀ ਆ ਅਤੇ ਉਹ ਇਹ ਹੁਣ ਟਰਾਈ ਕਰ ਰਹੇ ਆ ਕਿ ਉਹਦੇ ਨਾਲ ਜੋੜ ਕੇ ਜੇ ਇਹਨੂੰ ਪਾਸ ਕਰਾਇਆ ਜਾ ਸਕੇ। ਪਰ ਉਹਦੇ ਨਾਲ ਪ੍ਰੈਜ਼ੀਡੈਂਟ ਨੇ ਇਹ ਕਿਹਾ ਕਿ ਇਹ ਜਿਹੜੀ ਰੂਲਿੰਗ ਹੈਗੀ ਇਹਨੂੰ ਅਸੀਂ ਅਪੀਲ ਕਰਾਂਗੇ। ਉਹਨਾਂ ਨੇ ਇਨ ਅ ਸਟੇਟਮੈਂਟ ਬਾਈਡਨ ਸੈਡ ਦਾ ਰੂਲਿੰਗ ਵਾਜ਼ ਡੀਪਲੀ ਡਿਸਅਪੁਆਇੰਟਿੰਗ ਐਂਡ ਰੈਲੀਗੇਟਸ ਹੰਡਰਡਸ ਆਫ ਥਾਊਜ਼ੈਂਡਸ ਆਫ ਯੰਗ ਇਮੀਗ੍ਰੈਂਟਸ ਟੂ ਐਨ ਅਨਸਰਟਨ ਫਿਊਚਰ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਕਾਂਗਰਸ ਨੂੰ ਕਿਹਾ ਕਿ ਇਹ ਤੁਸੀਂ ਜਿਹੜਾ ਪਾਸ ਕਰੋ ਕਾਨੂੰਨ ਡਰੀਮਰਸ ਦਾ ਤਾਂ ਕਿ ਇਹਨਾਂ ਨੂੰ ਜਿਹੜਾ ਉਹ ਗ੍ਰੀਨ ਕਾਰਡ ਵਗੈਰਾ ਮਿਲ ਸਕਣ ਅਤੇ ਇਹਦੀ ਅਪੀਲ ਕਰਨਗੇ। ਅਤੇ ਉਹਨਾਂ ਨੇ ਕਿਹਾ ਵੀ ਇਹਦੀ ਅਪੀਲ ਜਿਹੜੀ ਹੈਗੀ ਆ ਉਹ ਅਸੀਂ ਫਾਈਲ ਕਰਾਂਗੇ। ਅਤੇ ਇਹਦੀ ਜਿਹੜੀ ਉੱਥੇ 5th ਸਰਕਟ ਕੋਰਟ ਆਫ ਅਪੀਲਸ ਹੈਗਾ ਜਿਹੜਾ ਕਿ ਉਸ ਏਰੀਏ ਨੂੰ
ਨੂੰ ਗਵਰਨ ਕਰਦਾ, ਉਹਦੀ ਜੂਰਿਸਡਿਕਸ਼ਨ ਆ, ਤਾਂ 5th ਸਰਕਟ ਦੇ ਵਿੱਚ ਅਪੀਲ ਫਾਈਲ ਕੀਤੀ ਜਾਏਗੀ। ਤੇ ਉਹ ਅਪੀਲ ਜਿਹੜੀ ਆ ਉਹ ਹੁਣ ਇਹਦੇ ਅਗੇਂਸਟ ਤੇ ਉਹਦੇ ਵਿੱਚ ਹੁਣ ਦੇਖਦੇ ਆ ਕੀ ਹੁੰਦਾ। ਵੈਸੇ ਇਹ ਕੇਸ US ਸੁਪਰੀਮ ਕੋਰਟ ਕੋਲ ਵੀ ਗਿਆ ਸੀਗਾ ਪਿਛਲੇ ਸਾਲ, ਤੇ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਜਿਹੜਾ ਇਹਨੂੰ ਡਾਕਾ ਨੂੰ ਖ਼ਤਮ ਕਰਨ ਦਾ ਤਰੀਕਾ ਅਖਤਿਆਰ ਕੀਤਾ ਸੀਗਾ ਪਿਛਲੀ ਐਡਮਿਨਿਸਟ੍ਰੇਸ਼ਨ ਨੇ, ਵੀ ਉਹ ਪ੍ਰੋਪਰ ਨਹੀਂ ਸੀ, ਇਹਦੇ ਕਰਕੇ ਇਹਨੂੰ ਖ਼ਤਮ ਨਹੀਂ ਇੱਦਾਂ ਕੀਤਾ ਜਾ ਸਕਦਾ। ਤੇ ਉਹਨਾਂ ਨੇ ਜਿਹੜੀ ਪਿਛਲੀ ਐਡਮਿਨਿਸਟ੍ਰੇਸ਼ਨ ਸੀ ਉਹਨੂੰ ਬਲੌਕ ਕਰਤਾ ਸੀ ਪ੍ਰੋਗਰਾਮ ਖ਼ਤਮ ਕਰਨ ਲਈ। ਤੇ ਉਹਨਾਂ ਨੇ ਇਹ ਕਿਹਾ ਸੀਗਾ ਜਿਹੜੀ ਪਿਛਲੀ ਮਤਲਬ ਸੁਪਰੀਮ ਕੋਰਟ ਨੇ ਪਿਛਲੇ ਸਾਲ, ਕਿ ਜਿਹੜੇ ਇਹਨਾਂ ਨੇ ਜਿਸ ਤਰੀਕੇ ਨਾਲ ਕੈਂਸਲ ਕੀਤਾ ਉਹ ਜਿਹੜਾ ਤਰੀਕਾ ਆਰਬਿਟਰੀ ਤੇ ਕੈਪਰੀਸ਼ੀਅਸ ਆ, ਤੇ ਇਹਨੂੰ ਸਹੀ ਤਰੀਕੇ ਨਾਲ ਜਿਹੜੇ ਸਰਕਾਰ ਚਾਹੇ ਖ਼ਤਮ ਕਰ ਸਕਦੀ ਆ, ਪਰ ਉਨੀ ਦੇਰ ਦੇ ਵਿੱਚ ਜਿਹੜੀ ਸਰਕਾਰ ਆ ਉਹੀ ਬਦਲ ਗਈ, ਤੇ ਜਿਹੜੀ ਹੁਣ ਦੀ ਗੌਰਮੈਂਟ ਹੈਗੀ ਆ ਉਹ ਤਾਂ ਇਹਦੇ ਫੇਵਰ 'ਚ ਹੈਗੀ, ਇਹਨੂੰ ਖ਼ਤਮ ਦਾ ਕੀ ਕਰਨਾ। ਸੋ ਹੁਣ ਦੇਖਣ ਵਾਲੀ ਗੱਲ ਆ ਕਿ ਜਦੋਂ ਇਹਦੀ ਅਪੀਲ ਕੀਤੀ ਜਾਂਦੀ ਹੈ, ਜਿਹੜੀ ਅਪੈਲਟ ਕੋਰਟ ਆ ਉਹ ਇਹ ਤੇ ਕੀ ਫੈਸਲਾ ਲੈਂਦੀ ਆ, ਜਿਹੜੀ 5th ਸਰਕਟ ਆ, ਤੇ ਉਸ ਤੋਂ ਬਾਅਦ ਹੋ ਸਕਦਾ ਇਹ ਕੇਸ ਵੀ ਸੁਪਰੀਮ ਕੋਰਟ 'ਚ ਜਾਵੇ। ਤੇ ਲੇਕਿਨ ਇਸ ਤੋਂ ਪਹਿਲਾਂ ਜੇ US ਜਿਹੜਾ ਸੈਨੇਟ ਹੈਗਾ ਤੇ ਹਾਊਸ ਆ, ਉਹ ਜੇ ਇਹ 'ਤੇ ਐਕਸ਼ਨ ਲੈਂਦੇ ਨੇ, ਹਾਊਸ ਨੇ ਤਾਂ ਪਾਸ ਕਰਕੇ ਭੇਜਿਆ ਹੀ ਆ, ਜੇ ਸੈਨੇਟ ਇਹ 'ਤੇ ਕੀ ਐਕਸ਼ਨ ਲੈਂਦੀ ਆ ਇਹ ਵੀ ਦੇਖਣ ਵਾਲੀ ਗੱਲ ਆ। ਇਸ ਦੇ ਨਾਲ ਨਾਲ ਜਿਹੜੀ ਹੋਰ ਇੱਕ ਇੰਪੋਰਟੈਂਟ ਖਬਰ ਹੈਗੀ ਆ, ਉਹ ਹੈਗੀ ਆ ਆਪਣੀ ਅਮਰੀਕਾ ਦੇ ਜਿਹੜੇ ਇੱਥੇ ਪੋਲੀਟੀਕਲ ਅਸਾਈਲਮ ਵਾਲੇ ਲੋਕ ਨੇ ਉਹਨਾਂ ਬਾਰੇ। ਉਹਦੇ ਬਾਰੇ ਜਿਹੜੇ ਅਟਾਰਨੀ ਜਨਰਲ ਨੇ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਇਮੀਗ੍ਰੇਸ਼ਨ ਜੱਜ ਨੇ ਉਹ ਇਹ ਪ੍ਰੋਗਰਾਮ ਜਿਹੜਾ ਹੈਗਾ ਉਹਨੂੰ ਐਡਮਿਨਿਸਟ੍ਰੇਟਿਵਲੀ ਕਲੋਜ਼ ਕਰ ਸਕਦੇ ਨੇ। ਜੇ ਕੋਈ ਬੰਦਾ ਰਿਮੂਵਲ ਪ੍ਰੋਸੀਡਿੰਗ ਦੇ ਵਿੱਚ ਹੋਵੇ ਤਾਂ ਸਰਕਾਰ ਸੋਚੇ ਕਿ ਇਹਨੂੰ ਰਿਮੂਵਲ ਪ੍ਰੋਸੀਡਿੰਗ ਦੇ ਵਿੱਚ ਨਹੀਂ ਪਾਉਣਾ। ਸੋ ਇਹ ਜਿਹੜਾ PD ਸੀਗਾ ਪ੍ਰੋਗਰਾਮ, ਜਿਹੜਾ ਕਿ ਕਿਸੇ ਟਾਈਮ ਤੇ ਪਹਿਲਾਂ ਪ੍ਰੈਜ਼ੀਡੈਂਟ ਓਬਾਮਾ ਨੇ ਸ਼ੁਰੂ ਕੀਤਾ ਸੀ, ਫਿਰ ਪਿਛਲੇ ਪ੍ਰੈਜ਼ੀਡੈਂਟ ਨੇ ਬੰਦ ਕਰਤਾ ਸੀ, ਤੇ ਹੁਣ ਇਹ ਪ੍ਰੋਗਰਾਮ ਫਿਰ ਸ਼ੁਰੂ ਹੋ ਗਿਆ। ਇਹਦੇ ਵਿੱਚ ਜਿਹੜੇ ਮਤਲਬ ਹੁਣ ਇਸ ਟਾਈਮ ਤੇ ਅਟਾਰਨੀ ਜਨਰਲ ਨੇ ਕਿਹਾ ਕਿ ਜਿਹੜੇ ਇਮੀਗ੍ਰੇਸ਼ਨ ਜੱਜਸ ਨੇ ਜਾਂ BIA ਆ ਉਹ ਐਡਮਿਨਿਸਟ੍ਰੇਟਿਵਲੀ ਕਲੋਜ਼ ਕਰ ਸਕਦੇ ਨੇ ਕੇਸਾਂ ਨੂੰ, ਜਿਹੜੇ ਕੇਸਾਂ ਨੂੰ ਉਹਨਾਂ ਨੂੰ ਲੱਗੇ ਕਿ ਇਹ ਕੇਸ ਜਿਹੜੇ ਨੇ ਇਹ ਨਾਨ ਕ੍ਰਿਮੀਨਲ ਨੇ, ਜਿਹਦੇ ਵਿੱਚ ਕਿ ਕ੍ਰਿਮੀਨਲ ਕਨਵਿਕਸ਼ਨ ਨਹੀਂ ਹੈਗੀ, ਤੇ ਇਹਨਾਂ ਦੇ ਵਿੱਚ ਕੋਈ ਖਾਸ ਲੋੜ ਨਹੀਂ ਹੈਗੀ ਉਹ ਬੰਦੇ ਨੂੰ ਡਿਪੋਰਟ ਕਰਨ ਦੀ, ਤੇ ਉਹਨਾਂ ਨੂੰ ਉਹ ਕਹਿੰਦੇ ਆ ਵੀ ਬੰਦ ਕੀਤਾ ਜਾ ਸਕਦਾ, ਜਿਹੜੀ ਕਿ ਪਾਵਰ ਪਹਿਲਾਂ ਨਹੀਂ ਸੀਗੀ। ਤੇ ਇਹ ਜਿਹੜਾ ਇੱਕ ਪਹਿਲਾ ਓਪੀਨੀਅਨ ਜਿਹੜੇ ਪਿਛਲੇ ਅਟਾਰਨੀ ਜਨਰਲ ਸੀ ਉਹਨੂੰ ਦਿੱਤਾ ਸੀਗਾ ਮੈਟਰ ਆਫ ਕਾਸਟਰੋ 'ਚ, ਤੇ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਇਮੀਗ੍ਰੇਸ਼ਨ ਜੱਜਸ ਨੇ BIA ਨੇ ਉਹਨਾਂ ਕੋਲ ਕੋਈ ਅਥਾਰਟੀ ਨਹੀਂ ਹੈਗੀ ਐਡਮਿਨਿਸਟ੍ਰੇਟਿਵ ਕਲੋਜ਼ ਕਰਨ ਦੀ ਕੇਸਿਸ, ਤੇ ਉਸ ਨੂੰ ਇਹਨਾਂ ਨੇ ਜਿਹੜਾ ਹੈਗਾ ਉਹ ਹੁਣ ਓਵਰਟਰਨ ਕਰ ਦਿੱਤਾ। ਤੇ ਉਹਨਾਂ ਨੇ ਅਟਾਰਨੀ ਜਨਰਲ ਗਾਰਲੈਂਡ ਆਰਡਰ IJs ਐਂਡ BIA ਟੂ ਵੈਲੂਏਟ ਰਿਕੁਐਸਟ ਫॉर ਐਡਮਿਨਿਸਟ੍ਰੇਟਿਵ ਕਲੋਜ਼ਰ ਅੰਡਰ ਦ ਸਟੈਂਡਰਡਸ ਇਨ ਪ੍ਰੈਕਟਿਸ ਬਿਫੋਰ ਕੈਸਟਰੋ ਟਰਮ ਵਾਸ ਡਿਸਾਈਡਡ। ਤੇ ਉਹਨਾਂ ਨੇ ਕਿਹਾ ਵੀ ਪਾਵਰ ਹੈਗੀ ਆ। ਸੋ ਜਿਹੜੇ ਇਮੀਗ੍ਰੇਸ਼ਨ ਦੇ ਜੱਜ ਨੇ ਜਾਂ ਜਿਹੜੇ BIA ਦੇ ਜੱਜ ਨੇ ਉਹ ਇਹ ਫੈਸਲਾ ਕਰ ਸਕਦੇ ਆ ਵੀ ਕਿਹੜੇ ਕੇਸ ਜਿਹੜੇ ਨੇ ਉਹ ਐਡਮਿਨਿਸਟ੍ਰੇਟਿਵਲੀ ਕਲੋਜ਼ ਕਰਨੇ, ਕਿਉਂਕਿ ਕੋਰਟਾਂ ਦੇ ਵਿੱਚ ਬਹੁਤ ਜ਼ਿਆਦਾ ਕੇਸ ਪਏ ਆ। ਇਹਦੇ ਨਾਲ ਜਿਹੜੀ ਵੱਡੀ ਰਾਹਤ ਆ ਉਹਨਾਂ ਬੰਦਿਆਂ ਨੂੰ ਮਿਲੂਗੀ ਜਿਨ੍ਹਾਂ ਨੇ ਕਿ ਇੱਥੇ US ਸਿਟੀਜ਼ਨ ਦੇ ਨਾਲ ਵਿਆਹ ਕਰਾਇਆ ਹੋਇਆ ਤੇ ਉਹਨਾਂ ਦੇ ਕੇਸ ਚੱਲਦੇ ਨੇ, ਕੋਰਟਾਂ 'ਚੋਂ ਬੰਦ ਨਹੀਂ ਸੀ ਹੋ ਰਹੇ, ਉਹ ਟਰਮੀਨੇਟ ਹੋਣਗੇ। ਜਾਂ ਜਿਨ੍ਹਾਂ ਨੇ ਵੇਵਰ ਵਗੈਰਾ ਅਪਲਾਈ ਕਰਨੇ ਕੀਆਂ ਨੇ 601A ਵੇਵਰ ਅਪਲਾਈ ਕਰਨਾ ਹੁੰਦਾ ਉਹਨਾਂ ਨੂੰ ਫਾਇਦਾ ਹੋਊਗਾ। ਜਾਂ ਹੋਰ ਕਿਸਮ ਦੇ ਵੇਵਰ ਜਿਵੇਂ ਕਿਸੇ ਦਾ U ਵੀਜ਼ਾ ਜਿਹੜਾ ਅਪਰੂਵ ਹੋ ਗਿਆ, ਵਾਹਵਾ ਦਾ ਕੇਸ ਜਿਹੜਾ ਵਾਇਲੈਂਸ ਅਗੇਂਸਟ ਵੂਮਨ ਐਕਟ ਆ ਉਹਦੇ ਅੰਡਰ ਅਪਰੂਵ ਹੋ ਗਿਆ, ਉਹਨਾਂ ਨੂੰ ਇਹਦਾ ਫਾਇਦਾ ਜਿਹੜਾ ਹੈਗਾ ਉਹ ਹੋਏਗਾ। ਇਹਦੇ ਨਾਲ ਨਾਲ ਜਿਹੜੀ ਹੋਰ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਆ ਕਿ ਜਿਹੜਾ ਹੁਣ ਜਿਹੜੀ ਸਦਰਨ ਬਾਰਡਰ ਦੀ ਕੰਡੀਸ਼ਨ ਆ ਉਹਦੇ ਵਿੱਚ ਜਿਹੜੇ ਲੋਕ ਆ ਰਹੇ ਨੇ ਉਹਨਾਂ ਨੂੰ ਜਿਹੜੀ ਪ੍ਰੋਸੈਸਿੰਗ ਆ ਉਹ ਥੋੜ੍ਹੀ ਤੇਜ਼ ਕਰਤੀ ਹੈ ਗੌਰਮੈਂਟ ਨੇ। ਤੇ ਜਿਵੇਂ ਮੈਂ ਅੱਗੇ ਦੱਸਿਆ ਹੀ ਸੀਗਾ ਕਿ ਇਹਨਾਂ ਦੀ ਜਿਹੜੀ ਪਾਲਿਸੀ ਇਹ ਹੈਗੀ ਜਿਹੜੇ ਨਵੇਂ ਬੰਦੇ ਆਉਂਦੇ ਉਹਨਾਂ ਦਾ ਵਿਦਿਨ 300 ਡੇਜ਼ ਉਹ ਕੇਸ ਜਿਹੜਾ ਉਹ ਡਿਸਾਈਡ ਹੁੰਦਾ। ਜਿਹੜੇ ਫੈਮਲੀਆਂ ਨਾਲ ਆਉਂਦੇ ਆ ਉਹਨਾਂ ਨੂੰ ਤਾਂ ਜਲਦੀ ਛੱਡ ਦਿੰਦੇ ਆ, ਉਹਨਾਂ ਦੇ ਜਿਹੜੇ ਸਪਾਂਸਰ ਨੇ ਜਾਂ ਕੋਈ ਜਿਹੜਾ ਜ਼ਿੰਮੇਵਾਰੀ ਚੱਕਦਾ ਉਹਦੀ ਕਸਟਡੀ 'ਚ। ਦੂਜਿਆਂ ਨੂੰ ਜਿਹੜੇ ਹੈਗੇ ਕ੍ਰੈਡੀਬਲ ਫੀਅਰ 'ਚੋਂ ਲੰਘਣਾ ਪੈਂਦਾ, ਤੇ ਉਹਦੇ ਵਿੱਚ ਵੀ ਉਹਨਾਂ ਨੇ ਹੁਣ ਸ਼ੁਰੂ ਕਰਤਾ ਵੀ ਜਿਹੜਾ ਕ੍ਰੈਡੀਬਲ ਫੀਅਰ ਆ ਉਹਦੀਆਂ ਜਿਹੜੀ ਹੈਗੀਆਂ ਇੰਟਰਵਿਊਜ਼ ਵਗੈਰਾ ਉਹ ਛੇਤੀ ਹੋ ਜਾਣ ਤੇ ਫੈਸਲਾ ਹੋਵੇ। ਇਹਦੇ ਨਾਲ ਨਾਲ ਹੁਣ ਜਿਹੜੀਆਂ ਅਸਾਈਲਮ ਆਫਿਸਿਸ ਨੇ ਉਹਨਾਂ ਦੇ ਵਿੱਚ ਵੀ ਇੰਟਰਵਿਊਜ਼ ਕਾਫੀ ਆਉਣ ਲੱਗ ਗਈਆਂ ਨੇ, ਤੇ ਉਹਦੇ ਜਿਹੜੇ ਨਵੇਂ ਕੇਸ ਨੇ ਉਹਨਾਂ ਦੀਆਂ ਵੀ ਆ ਰਹੀਆਂ, ਕੁਝ ਪੁਰਾਣਿਆਂ ਦੀਆਂ ਵੀ ਆ ਰਹੀਆਂ ਨੇ, ਤੇ ਫਾਸਟ ਜਿਹੜੀ ਹੈਗੀ ਆ ਪ੍ਰੋਸੈਸਿੰਗ ਉਹ ਅੱਗੇ ਨਾਲੋਂ ਸ਼ੁਰੂ ਹੋ ਗਈ ਆ। ਤੇ ਜਿੱਥੋਂ ਤੱਕ ਕਿ ਸਵਾਲ ਹੈਗਾ ਸਿਟੀਜ਼ਨਸ਼ਿਪ ਦੀਆਂ ਡੇਟਾਂ ਦਾ, ਉਹ 'ਤੇ ਵੀ ਸਰਕਾਰ ਦੀ ਅਪਡੇਟ ਆਈ ਆ, ਉਹ ਹੁਣ ਉਹਨੂੰ ਫਾਸਟ ਪ੍ਰੋਸੈਸਿੰਗ ਕਰ ਰਹੇ ਨੇ ਸਿਟੀਜ਼ਨਸ਼ਿਪ ਨੂੰ ਵੀ। ਤੇ ਉਹਦੀਆਂ ਡੇਟਾਂ ਦੇ ਹੁਣ ਫਿਲਹਾਲ ਅਜੇ 8 ਮਹੀਨੇ ਤੋਂ ਲੈ ਕੇ ਸਾਲ ਦੀ ਵੇਟ ਆ, ਉਹ ਵੇਟ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਤੇ ਆਉਂਦੇ ਦਿਨਾਂ ਵਿੱਚ ਮੈਨੂੰ ਲੱਗਦਾ ਉਹਦੀਆਂ ਡੇਟਾਂ ਵੀ ਆਉਣਗੀਆਂ,
क्योंकि बहुत ज़्यादा बैकलॉग आ, उहदे करके काफ़ी ज़्यादा जिहड़ी हैगी आ वो वेट हैगी आ। सो ये तो सीगियां इंपॉर्टेंट खबरां जिहड़ियां इस वीक दियां सी। ते इहदे नाल आपां हुण तुहाडे जिहड़े कुछ सवालां दे जिहड़ा जवाब है वो देण दी कोशिश करदे हां ते उहदे विच भी काफ़ी जानकारी जिहड़ी आ वो मिल जांदी आ। पहला सवाल है जी, उन्होंने कहा कि साडी प्रायोरिटी डेट आ फरवरी 2010 की, तो अप्रूवल आई सी 2010 च, तो उम्र हुण 23 साल तो उपर हो गई है, F3 कैटेगरी आ। तो देखो जी F3 कैटेगरी आ अजे भी जिहड़ा उत्थे चल रहा वो F3 कैटेगरी दे विच फिलहाल जिहड़ा हैगा नवंबर 2008 चल रहा, तो तुहाडा 2010 का जे टाइम लगेगा, जे हुण 23 साल की उम्र आ, तुसीं इहदे च आ सकते हो जे चाइल्ड स्टैटस प्रोटैक्शन एक्ट के अंडर आओगे, क्योंकि चाइल्ड स्टैटस प्रोटैक्शन एक्ट जिहड़ा हैगा वो कवर करदा उन्हां केसां नूं जिथे उम्र जिहड़ी आ वो 21 साल तो उपर हो जाती आ। ਉਹਦੀ एक कैलकुलेशन होंदी, मैं पिछले प्रोग्रामां दे विच भी ਉਹਦੇ बारे दस्सिया ਉਹਦੀ कैलकुलेशन बारे कि ਉਹ 'ਚ ਇਹ देखना पैंदा भी केस फाइल कदों होया, फिर अप्रूव कदों होया, उस तो बाद जिहड़ी प्रायोरिटी डेट आ उस टाइम ते तुहाडी उम्र जिहड़ी किन्नी आ, ते ਉਹ टाइम जिहड़ा हैगा अप्रूवल दा ते अपलाई होने का जिहड़ा टाइम हुंदा गैप, वो तुहाडी जिहड़ी उम्र चों कढिया जांदा। जे उम्र 21 तो घट रह जांदी फिर तुसीं कवर हो जांदे हो। इस तरह ਇਹਦੀ कैलकुलेशन है, जे ਉਹਦੇ अंडर तुसीं आओगे चाइल्ड स्टैटस प्रोटैक्शन एक्ट ਦੇ फिर तुसीं कवर हो सकते हो। उदों बाद अगला सवाल है जी, उन्होंने कहा कि मेरा असैलम सीकर है, मेरा असैलम का केस है, मैनूं वर्क परमिट जिहड़ा वो नहीं मिल रहा, मैं 2 बारी अप्लाई किया जनवरी 28 नूं ते हुण फिर, ते मैनूं अजे तक कोई रिसीविंग लैटर भी नहीं आया, तो ये बारे दसो। देखो इस तरह हुंदा जी कि जिहड़ा फस्ट टाइम तुसीं अप्लाई करदे आ, वो पिछली सरकार ने चेंज करके 1 साल करता सी, पर जिहड़े ASAP के मैंबर बनते वो 6 महीने बाद अप्लाई कर सकते हैं। तो जे तुहाडे कोल ASAP की मैंबरशिप हैगी, तुसीं 6 महीने बाद अप्लाई किया तो वह जिहड़ा लैटर आउणा चाहिए, अनलैस कि जिहड़ा अप्लाई होया उहदे जी कोई गलती है जां किसी गलत एड्रैस से चला गया, क्योंकि लैटर तो आम तौर पर जदों भी असीं अप्लाई करते हैं 2 ਤੋਂ 3 वीक उन्हों का आ जाता रिसीविंग का, तो वर्क परमिट आउण नूं टाइम लगदा। जिहड़े रिन्यू करांदे आ उहनूं 6 ਤੋਂ 8 महीने लग रहे आ, कईयां नूं तां 8-8 महीने तो भी ज़्यादा हो गया, 10-10 महीने भी हो गए आ। सो ये टाइम उत्थे डिले जरूर आ। उदों बाद अगला सवाल है जी कि साडी जिहड़ी इंटरव्यू हैगी आ वो 26 मार्च 2020 ਨੂੰ ਹੋਈ ਸੀ F3 कैटेगरी की, तो हुण दोबारा जून तो उन्होंने इंटरव्यूआं जिहड़ियां स्कैजूल करने शुरू कीते, साडी नहीं आई। हाँ उन्होंने जिहड़ी इंटरव्यू पोस्टपोन कीतियां सीगीआं ਉਹ ਜਿਹੜੀਆਂ मतलब ਜਿਨ੍ਹਾਂ ਦੀ ਵੀ ਜਿਹੜੀ ਹੈਗੀ ਪੋਸਟਪੋਨਮੈਂਟ ਹੋਈ ਸੀ ਉਹ ਇਹਨਾਂ ਨੇ ਹੁਣ ਸ਼ੁਰੂ ਕਰਤੀਆਂ, ਪਰ ਉਹਨਾਂ ਜਿਹੜੀ ਫਸਟ ਪ੍ਰਾਇਓਰਟੀ ਉਹਨਾਂ ਦੀ US ਸਿਟੀਜ਼ਨ ਦੇ ਜਿਹੜੇ ਹਸਬੈਂਡ ਵਾਈਫ ਜਾਂ ਮੈਰਿਜ ਦੇ ਕੇਸ ਆ ਉਹਨਾਂ ਦੀ ਆ। ਸੋ ਤੁਹਾਨੂੰ ਵੇਟ ਕਰਨੀ ਪੈਣੀ ਆ, ਤੁਸੀਂ ਉਹਨਾਂ ਨਾਲ ਕੰਟੈਕਟ ਜ਼ਰੂਰ ਰੱਖੋ, ਪਰ ਵੇਟ ਕਰੋ ਅਜੇ, ਤੇ ਹੋ ਸਕਦਾ ਤੁਹਾਨੂੰ ਉਹ ਸਕੈਜੂਲ ਜ਼ਰੂਰ ਕਰਨ। ਇਸ ਤੋਂ ਬਾਅਦ ਅਗਲਾ ਕੇਸ ਹੈ ਜੀ, ਉਹ ਕਹਿੰਦੇ ਆ ਕਿ ਸਾਡਾ B1 B2 ਦਾ ਜਿਹੜਾ ਅਸੀਂ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਸੀ ਉਹ ਡਿਨਾਈ ਹੋ ਗਿਆ, ਦੁਬਾਰਾ ਅਪਲਾਈ ਕਰ ਸਕਦੇ ਆ, ਇਹਦੀ ਕੋਈ ਅਪੀਲ ਹੁੰਦੀ ਆ। जो तुसीं विजिटर वीज़ा अप्लाई करते हो ये कोई अपील नहीं, क्योंकि जी गौरमेंट है ये सॉवरन अथॉरिटी आ कि किनू वीज़ा देना किनू नहीं देना, तो अंबैसी वालों को पूरी पावर होंदी डिनाई करना। ईवन इत्थों तक आ कि जे अंबैसी किसी नूं वीज़ा दे भी देवे तो इत्थे एंट्री डिनाई जी वो भी की जा सकती है एयरपोर्ट पर जां बॉर्डर पर। सो इस करके ये कोई अपील नहीं होंदी, दोबारा तुसीं अप्लाई कर सकते हो थोड़े टाइम बाद, पर जे बार बार अप्लाई करी जाओगे तुहाडे ते जिहड़ा हैगा बार भी ला सकते हैं। उदों बाद अगला सवाल है जी कि मैं C1D वीज़े ते आया, सैलम अप्लाई कर सकदा? हाँ जी, जिहड़े C1D वाले हुंदे आ वो इत्थे एडजस्टमेंट ऑफ स्टैटस विआह वगैरह करके नहीं कर सकते, क्योंकि जो करते हैं तो उन्होंने अपनी कंट्री वापस जाना पैंदा। जिहड़ा B1 B2 विजिटर वीज़े ते अमरीका च आउंदा जां स्टूडेंट वीज़े ते आउंदा जां H1 ते आउंदा, वो जे विआह कर लवे सिटीजन नाल तां इत्थे पक्का हो सकदा। पर जिहड़े बंदे C1D ते आउंदे आ वो जे विआह करदे आ सिटीजन दे नाल तां उन्हां नूं वापस जाना पएगा, पर जे उही बंदे असैलम करदे आ तां वो कर सकदे आ। पर असैलम तां ही करिओ जे असैलम का केस सच्चा, असैलम के ग्राउंड होंदे ने, जे उन्हां ग्राउंडां दे विच तुहाडा केस आउंदा कि जे तुहानूं उत्थे अपनी कंट्री दे विच परसीक्यूशन होई आ ते तुसीं असैलम लैण दे हकदार हैगे हो तां करिओ, एवें रहण वास्ते नहीं करना चाहिदा। उदों बाद अगला सवाल है जी कि F3 वीज़े की 2011 च असीं अप्लाई किया सी, मार्च कितना टाइम लगूगा? अजे तो 2008 चलदा जी नवंबर, सो होपफुली 2 ਤੋਂ 3 साल जिहड़े आ वो लगने चाहिए आ। उदों बाद अगला सवाल आ, वो कहते जी मेरा अपलाई टाइम F3 वीज़े दे विच बर्थ प्लेस दा जिहड़ा पिंड हैगा वो होर सी, मेरा नानका पिंड सी, पर मेरे बर्थ सर्टिफिकेट जिहड़ा हैगा वो नॉट फाउंड होने करके कोई बर्थ प्लेस शो नहीं हुंदा, ते पासपोर्ट ते जिहड़ी हैगी आ वो दादके पिंड दी प्रॉब्लम तो नहीं आवेगी। देखो जिहड़ी प्रॉब्लम है वो आ सकती है क्योंकि थोड़ी प्लेस ऑफ बर्थ अड अड हैगी आ, तुहानूं ये फिक्स कराउणी चाहिदी है, जां तुसीं अपने बर्थ सर्टिफिकेट ठीक कराओ जां पासपोर्ट ते ही ਉਹਦੇ ਮੁਤਾਬਕ ਰਿਫਲੈਕਟ ਹੋਵੇ, ਤੇ ਉਹ ਸੇਮ ਹੋਣੀ ਚਾਹੀਦੀ ਹੈ, ਉਹ ਜ਼ਿਆਦਾ ਬੈਟਰ।
ਉਦੋਂ ਬਾਅਦ ਜੀ ਸਵਾਲ ਹੈ ਕਿ ਸਾਡੇ ਕੋਲੇ B1 ਵੀਜ਼ਾ ਹੈਗਾ, ਅਸੀਂ ਟਰੈਵਲ ਕਰ ਸਕਦੇ ਹਾਂ। B1 ਵੀਜ਼ੇ ਵਾਲਾ ਜਿਹੜਾ ਹੈਗਾ ਉਹ ਅਮਰੀਕਾ ਆ ਸਕਦਾ, ਪਰ ਫਿਲਹਾਲ ਅਜੇ ਇਹਨਾਂ ਨੇ ਬੰਦ ਕੀਤਾ ਹੋਇਆ ਹੋਣਾ, ਜਦੋਂ ਖੁੱਲ੍ਹੇਗਾ ਤਾਂ ਆ ਸਕੋਗੇ। ਉਦੋਂ ਬਾਅਦ ਹੈ ਜੀ ਅਗਲਾ ਸਵਾਲ ਹੈ ਕਿ ਸਾਡੀ ਫਾਈਲਿੰਗ ਡੇਟ ਜਿਹੜੀ ਆ ਉਹ 15 ਜੂਨ F4 2006 ਦੀ ਹੈ, ਕਿੰਨਾ ਟਾਈਮ ਲੱਗੂਗਾ। F4 ਕੈਟੇਗਰੀ ਜੀ ਹੁਣ ਚੱਲ ਰਿਹਾ ਅਗਸਤ 2005। ਹੁਣ ਦੇਖਾਂਗੇ ਜਿਹੜਾ ਅਗਸਤ ਦਾ ਵੀਜ਼ਾ ਬੁਲੇਟਿਨ ਆਉਂਦਾ ਉਹ ਕਿੰਨੀ ਕੁ ਤੇਜ਼ ਮੂਵ ਹੋਈ ਹੈ ਕੈਟੇਗਰੀ। ਉੱਦਾਂ ਇੰਟਰਵਿਊਜ਼ ਵਗੈਰਾ ਹੋਣੀਆਂ ਸ਼ੁਰੂ ਹੋਈਆਂ ਨੇ, ਪਰ ਇਹਨਾਂ ਦੀਆਂ ਘੱਟ ਹੋ ਰਹੀਆਂ, ਜ਼ਿਆਦਾ ਜਿਹੜੇ US ਸਿਟੀਜ਼ਨ ਦੇ ਹਸਬੈਂਡ ਵਾਈਫ ਨੇ ਉਹਨਾਂ ਦੀਆਂ ਇੰਟਰਵਿਊਆਂ ਹੋ ਰਹੀਆਂ ਨੇ। ਤੇ ਅਜੇ ਤੁਹਾਡਾ 2006 ਦਾ ਹੈਗਾ ਤੇ ਅਜੇ ਅਗਸਤ ਚੱਲਦਾ, ਇਹਨੂੰ 7-8 ਮਹੀਨੇ ਹੋਰ ਲੱਗ ਸਕਦੇ ਆ। ਉਦੋਂ ਬਾਅਦ ਅਗਲਾ ਸਵਾਲ ਹੈ ਜੀ, ਉਹ ਇਹ ਕਹਿ ਰਹੇ ਆ ਕਿ ਮੁੰਬਈ ਐਮਬੈਸੀ ਦੇ ਵਿੱਚ ਜਿਹੜੀ ਇੰਟਰਵਿਊਆਂ ਸ਼ੁਰੂ ਹੋ ਗਈਆਂ ਤੇ ਸਾਡੀ F4 ਕੈਟੇਗਰੀ ਆ, ਤੇ ਉਹ ਸਾਨੂੰ ਦੱਸੋ ਵੀ ਇੰਟਰਵਿਊ ਕਦੋਂ ਆਏਗੀ। ਦੇਖੋ ਇਸ ਤਰ੍ਹਾਂ ਹੈਗਾ ਕਿ ਜਿਹੜੀ ਅੰਬੈਸੀ ਹੈਗੀ ਆ ਉਹਦੇ ਵਿੱਚ ਇੰਟਰਵਿਊ ਜਿਵੇਂ ਹੁਣੇ ਦੱਸ ਕੇ ਹਟੇ ਸ਼ੁਰੂ ਤਾਂ ਹੋ ਗਈਆਂ ਨੇ, ਪਰ ਜ਼ਿਆਦਾ ਇੰਟਰਵਿਊਜ਼ ਉਹਨਾਂ ਦੀਆਂ ਕਰ ਰਹੇ ਨੇ ਬੰਦਿਆਂ ਦੀਆਂ ਜਿਨ੍ਹਾਂ ਦੇ ਜਿਹੜੇ ਹੈਗੇ ਆ ਉਹ ਵਿਆਹ ਹੋਏ ਨੇ ਸਿਟੀਜ਼ਨ ਦੇ ਨਾਲ। ਤੇ ਤੁਹਾਡੀ ਇੰਟਰਵਿਊ ਆਏਗੀ, ਪਰ ਇਹਨੂੰ ਟਾਈਮ ਲੱਗ ਸਕਦਾ, ਪਰ ਤੁਸੀਂ ਪਤਾ ਕਰਦੇ ਰਹੋ। ਅਗਲਾ ਸਵਾਲ ਹੈ ਜੀ, ਉਹ ਕਹਿ ਰਹੇ ਨੇ ਕਿ ਸੈਨ ਫਰਾਂਸਿਸਕੋ ਦੇ ਵਿੱਚ ਹੀਅਰਿੰਗ ਡੇਟਾਂ ਆ ਰਹੀਆਂ ਨੇ। ਮੇਰਾ ਖਿਆਲ ਇਹਨਾਂ ਦਾ ਸੰਬੰਧ ਅਸੈਲਮ ਦੇ ਕੇਸ ਨਾਲ ਆ। ਸੋ ਜਿਹੜੀਆਂ ਤਾਂ ਪੋਲੀਟੀਕਲ ਅਸੈਲਮ ਦੇ ਕੇਸ ਦੇ ਵਿੱਚ ਕੁਝ ਡੇਟਾਂ ਆ ਰਹੀਆਂ ਅਸੈਲਮ ਆਫਿਸ, ਕੁਝ ਨਹੀਂ ਆ ਰਹੀਆਂ। ਜਿਹੜੇ ਹੁਣ ਨਵਾਂ ਅਪਲਾਈ ਕਰਦੇ ਉਹਨਾਂ ਦੀ ਜ਼ਿਆਦਾ ਆ ਰਹੀਆਂ ਨੇ, ਪਰ ਜਿਹੜੀ ਇਮੀਗ੍ਰੇਸ਼ਨ ਕੋਰਟ ਆ ਸੈਨ ਫਰਾਂਸਿਸਕੋ ਵਾਲੀ, ਉੱਥੇ ਜਿਹੜੀਆਂ ਮਾਸਟਰ ਡੇਟਾਂ ਹੁੰਦੀਆਂ ਨੇ ਉਹ ਨਹੀਂ ਹੋ ਰਹੀਆਂ, ਜਿਹੜੀਆਂ ਫਾਈਨਲ ਡੇਟਾਂ ਉਹ ਜ਼ਰੂਰ ਹੁੰਦੀਆਂ। ਤੇ ਮਾਸਟਰ ਡੇਟਾਂ ਵਾਸਤੇ ਉਹ ਰਿਟਨ ਪਲੀਡਿੰਗਸ ਲੈ ਰਹੇ ਆ ਕਿ ਲਿਖ ਕੇ ਹੀ ਸਾਰਾ ਭੇਜਣਾ ਪੈਂਦਾ, ਤੇ ਉਹ ਅੱਗੇ ਫਾਈਨਲ ਡੇਟ ਦੇ ਦਿੰਦੇ ਆ। ਉਦੋਂ ਬਾਅਦ ਅਗਲਾ ਸਵਾਲ ਹੈ ਜੀ, ਉਹ ਕਹਿੰਦੇ ਮੈਂ ਸਿਟੀਜ਼ਨ ਆ, ਮੈਂ ਆਪਣੀ ਮਦਰ ਦਾ ਅਪਲਾਈ ਕੀਤਾ ਸੀ 2020 ਅਗਸਤ, ਕਿੰਨਾ ਟਾਈਮ ਲੱਗੂਗਾ। 2020 ਚ ਅਪਲਾਈ ਕੀਤਾ ਸੀ। ਇਹ ਜਿਹੜੀ ਫਸਟ ਪ੍ਰੈਫਰੈਂਸ ਕੈਟੇਗਰੀ ਆ ਕਰੰਟ ਆ, ਪਰ ਟਾਈਮ ਜਿਹੜਾ ਹੈਗਾ ਉਹ ਹੁਣ ਦੇਖਣ ਵਾਲੀ ਗੱਲ ਆ ਵੀ ਇਹਦੇ 'ਚ ਕਿੰਨਾ ਲੱਗਦਾ ਅੱਜ ਕੱਲ੍ਹ, ਕਿਉਂਕਿ ਬੈਕਲੌਗ ਕਰਕੇ ਕਾਫੀ ਟਾਈਮ 1.5 ਤੋਂ 2 ਸਾਲ ਦਾ ਟਾਈਮ ਹੈਗਾ। ਸੋ ਅਜੇ ਵੇਟ ਕਰੋ, ਤੇ ਹੋਪਫੁਲੀ ਆਹ ਸਾਲ ਦੇ ਐਂਡ ਤੱਕ ਤੁਹਾਡਾ ਕੁਛ ਨਾ ਕੁਛ ਹੋਣਾ ਚਾਹੀਦਾ, ਪਰ 1.5 ਤੋਂ 2 ਸਾਲ ਜ਼ਰੂਰ ਲੱਗ ਰਿਹਾ। ਅਗਲਾ ਸਵਾਲ ਹੈ ਜੀ ਕਿ ਮੁੰਬਈ ਦੇ ਵਿੱਚ ਉਹ ਕਹਿੰਦੇ ਕਦੋਂ ਇੰਟਰਵਿਊਆਂ ਸ਼ੁਰੂ ਹੋਣਗੀਆਂ। ਹੋ ਗਈਆਂ ਜੀ ਸ਼ੁਰੂ, ਅਗਸਤ ਤੋਂ ਉਹਨਾਂ ਨੇ ਸ਼ੁਰੂ ਕਰਤੀਆਂ। ਉਦੋਂ ਬਾਅਦ ਅਗਲਾ ਸਵਾਲ ਹੈ ਜੀ, ਉਹ ਕਹਿੰਦੇ ਨੇ ਕਿ ਮੇਰੀ ਸਿਸਟਰ US ਸਿਟੀਜ਼ਨ ਹੈ, ਉਹਨਾਂ ਨੇ ਮਦਰ ਫਾਦਰ ਦਾ ਸਤੰਬਰ 2020 ਵਿੱਚ ਮੁੰਬਈ ਐਮਬੈਸੀ ਦੇ ਵਿੱਚ ਅਪਲਾਈ ਕੀਤਾ ਸੀ, ਤੇ ਕਿੰਨਾ ਟਾਈਮ ਲੱਗੂ। ਉਹੀ ਮੈਂ ਸੇਮ ਦੱਸ ਕੇ ਹਟਿਆ ਵੀ ਜਦੋਂ ਤੁਸੀਂ ਅਪਲਾਈ ਕਰਦੇ ਆ ਤੇ ਜਿਹੜੀ ਇਹ ਫਸਟ ਪ੍ਰੈਫਰੈਂਸ ਕੈਟੇਗਰੀ ਹੈਗੀ ਆ, ਪਰ ਇਹਨੂੰ ਆਮ ਤੌਰ ਤੇ ਤਾਂ ਅੱਗੇ 6 ਤੋਂ 8 ਮਹੀਨੇ ਲੱਗਦੇ ਸੀਗੇ ਅਪਰੂਵਲ ਹੋਣ ਨੂੰ, ਹੁਣ ਅੱਜ ਕੱਲ੍ਹ 1.5 ਤੋਂ 2 ਸਾਲ ਲੱਗ ਰਿਹਾ। ਸੋ ਬੈਕਲੌਗ ਕਰਕੇ ਡਿਲੇ ਹੈਗੀ ਹੈ, ਇਸ ਕਰਕੇ ਤੁਸੀਂ ਇਹਦੀ ਵੇਟ ਕਰੋ। ਉਦੋਂ ਬਾਅਦ ਅਗਲਾ ਸਵਾਲ ਇਹ ਆ ਜੀ ਕਿ N400 ਨੂੰ ਕਹਿੰਦੇ 8 ਮਹੀਨੇ ਅਪਲਾਈ ਕੀਤੇ ਨੂੰ ਹੋ ਗਏ ਤਾਂ ਕੋਈ ਇੰਟਰਵਿਊ ਨਹੀਂ ਆਈ। ਜਿਹੜੀ N400 ਦਾ ਸੰਬੰਧ ਸਿਟੀਜ਼ਨਸ਼ਿਪ ਨਾਲ ਆ, ਤੁਸੀਂ ਉਹ ਐਪਲੀਕੇਸ਼ਨ ਭਰੀ ਆ, ਉਹਨੂੰ ਅੱਜ ਕੱਲ੍ਹ 10 ਮਹੀਨੇ ਤੋਂ 1 ਸਾਲ ਲੱਗ ਰਿਹਾ। ਸੋ ਤੁਹਾਨੂੰ ਵੇਟ ਕਰਨੀ ਪੈਣੀ ਹੈ, ਸ਼ਾਇਦ ਮਹੀਨੇ 2 ਮਹੀਨੇ ਤੱਕ ਆ ਜਾਏਗੀ, ਪਰ ਉਹਨੂੰ ਇਹ ਫਾਸਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਅਪਡੇਟ ਗੌਰਮੈਂਟ ਦੀ ਆਈ ਆ ਵੀ ਤੇਜ਼ ਕਰਾਂਗੇ, ਪਰ ਅਜੇ ਤੱਕ ਸਟਿਲ 10 ਤੋਂ 12 ਮਹੀਨੇ ਲੱਗ ਰਹੇ ਆ ਜੀ। ਉਦੋਂ ਬਾਅਦ ਅਗਲਾ ਸਵਾਲ ਹੈ ਜੀ, ਉਹ ਇਹ ਕਹਿੰਦੇ ਨੇ ਕਿ ਮੇਰੇ ਕੋਲ ਪੁਰਤਗਾਲ ਦਾ ਜਿਹੜਾ ਵੀਜ਼ਾ ਹੈਗਾ ਜਾਂ ਉੱਥੋਂ ਦੀ ਜਿਹੜੀ ਹੈਗੀ ਆ PR ਹੈਗੀ ਆ, ਤੇ ਮੈਂ ਅਮਰੀਕਾ ਐਗਰੀਕਲਚਰ ਵੀਜ਼ਾ ਲੈ ਕੇ ਆ ਸਕਦਾ। ਦੇਖੋ ਜਿਹੜਾ ਐਗਰੀਕਲਚਰ ਵੀਜ਼ਾ ਹੁੰਦਾ ਉਹਦੇ ਵਾਸਤੇ ਫਾਰਮਰ ਅਪਲਾਈ ਕਰਦਾ, ਕਿ ਜੇ ਕੋਈ ਫਾਰਮਰ ਹੋਵੇ ਤੇ ਤੁਸੀਂ ਜੈਨੂਅਨ ਤੁਹਾਡੇ ਕੋਲ ਫਾਰਮਿੰਗ ਦਾ ਐਕਸਪੀਰੀਅੰਸ ਹੈਗਾ, ਸੋ ਕਿਸੇ ਫਾਰਮਰ ਨਾਲ ਕੰਟੈਕਟ ਕਰੋ, ਜੇ ਉਹ ਤੁਹਾਡੇ ਲਈ ਅਪਲਾਈ ਕਰਦਾ ਤਾਂ ਉਹ ਵੀਜ਼ਾ ਤੁਸੀਂ ਲੈ ਕੇ ਆ ਸਕਦੇ ਹੋ, ਜੇ ਉਹ ਅਲਾਓ ਕਰਨ। ਪਰ ਉਹਦੀਆਂ ਜਿਹੜੀਆਂ ਸਾਰੀਆਂ ਸ਼ਰਤਾਂ ਨੇ ਉਹ ਤੁਹਾਨੂੰ ਪੂਰੀਆਂ ਕਰਨੀਆਂ ਪੈਣਗੀਆਂ। ਅਗਲਾ ਸਵਾਲ ਹੈ ਜੀ, ਸਾਡਾ F4 ਕੇਸ ਦਸੰਬਰ 2009 ਚ ਫਾਈਲ ਲੱਗੀ ਸੀ ਤੇ 20 ਦੇ ਵਿੱਚ ਉਹ ਕਹਿੰਦੇ ਅਪਰੂਵਲ ਆ ਗਈ ਸੀ, ਤੇ ਇਸ ਤੋਂ ਬਾਅਦ ਹੁਣ ਦੱਸੋ ਵੀ ਅਗਲਾ ਸਟੈਪ ਕਿ ਕਦੋਂ ਇੰਟਰਵਿਊ ਵਗੈਰਾ ਆਏਗੀ। ਦੇਖੋ ਜਿਹੜਾ F3 ਹੈਗਾ ਇਹ ਬੇਸਿਕਲੀ ਕੈਟੇਗਰੀ ਹੈਗੀ ਜਦੋਂ ਕਿ ਇੱਕ ਜਿਹੜਾ US ਸਿਟੀਜ਼ਨ ਹੈਗਾ ਉਹ ਆਪਣੇ ਮੈਰਿਡ ਬੱਚਿਆਂ ਲਈ ਅਪਲਾਈ ਕਰਦਾ। ਸੋ F3 ਦੇ ਵਿੱਚ ਜੇ ਤੁਹਾਡਾ ਕੇਸ ਜਿਹੜਾ ਹੈਗਾ ਉਹ ਦਸੰਬਰ 2009 ਦੇ ਵਿੱਚ ਅਪਲਾਈ ਹੋਇਆ, ਫਿਲਹਾਲ ਨਵੰਬਰ 2008 ਚੱਲ ਰਿਹਾ, ਪਰ ਜਿਹੜੀਆਂ ਡੇਟਾਂ 'ਤੇ ਉਹ ਤੁਹਾਡੇ ਕੋਲੋਂ ਪੇਪਰ ਮੰਗ ਰਹੇ ਨੇ ਉਹ ਡੇਟ ਹੈਗੀ ਆ ਜੀ 22 ਅਗਸਤ 2009। ਸੋ ਤੁਹਾਡੀ ਜਿਹੜੀ ਅਜੇ ਵਾਰੀ ਤਾਂ ਨਹੀਂ ਆਊਗੀ, ਪਰ ਜੇ ਉਹਨਾਂ ਨੇ ਤੁਹਾਡੇ ਕੋਲੋਂ ਪੇਪਰ ਮੰਗ ਲਏ ਤੁਸੀਂ ਪੇਪਰ ਜਮ੍ਹਾਂ ਕਰਾਓ। ਉਹਦੇ ਨਾਲ ਸਿਵਲ ਡਾਕੂਮੈਂਟ ਮੰਗਣਗੇ, ਜਿਵੇਂ ਪਾਸਪੋਰਟ ਕਲੀਅਰੈਂਸ, ਪੁਲਿਸ ਕਲੀਅਰੈਂਸ, ਐਫੀਡੇਵਿਟ ਆਫ ਸਪੋਰਟ ਵਗੈਰਾ, ਪਰ ਅਜੇ ਵਾਰੀ ਆਉਣ ਨੂੰ ਤੁਹਾਨੂੰ ਜਿਹੜੀ ਇੰਟਰਵਿਊ ਆਉਣ ਨੂੰ ਟਾਈਮ ਲੱਗੂਗਾ। ਉਸ ਤੋਂ ਬਾਅਦ ਅਗਲਾ ਸਵਾਲ ਹੈ ਜੀ ਕਿ F3 ਕੇਸ ਕਿੰਨਾ ਟਾਈਮ ਲੱਗਦਾ। ਉਹੀ ਦੱਸ ਕੇ ਹਟਿਆ ਜੀ ਕਿ F3 ਕੇਸ ਦੇ ਵਿੱਚ ਫਿਲਹਾਲ ਨਵੰਬਰ 2008 ਚੱਲ ਰਿਹਾ। ਸੋ ਜਿਹੜੇ ਬਾਕੀ ਹੁਣ ਅਗਸਤ ਦਾ ਵੀਜ਼ਾ ਬੁਲਟਨ ਆਊਗਾ, ਦੇਖਾਂਗੇ ਕਿੰਨੀਆਂ ਕੁ ਡੇਟਾ ਮੂਵ ਹੋਈਆਂ, ਕਿੰਨੇ ਕੁ ਵੀਜ਼ੇ ਹੋਰ ਮਿਲੇ ਆ। ਇਹ ਤੋਂ ਬਾਅਦ
ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਨੇ ਕਿ ਸਾਨੂੰ ਇਹ ਆਪਣਾ ਜਿਹੜਾ ਹੈਗਾ ਈਮੇਲ ਐਡਰੈਸ ਤੁਸੀਂ ਸੈਂਡ ਕਰੋ। ਈਮੇਲ ਹੈਗਾ jpsinghattorney@gmail ਤੇ ਮੇਰਾ ਫੋਨ ਵੀ ਹੈਗਾ 9179154142। ਆਫਿਸ ਦਾ ਨੰਬਰ ਹੈਗਾ 7185338444 ਜਾਂ 5106576444। ਤੇ ਅਗਲਾ ਸਵਾਲ ਹੈ ਜੀ, ਉਹ ਕਹਿ ਰਹੇ ਨੇ ਕਿ ਸਾਡੇ ਕੋਲ ਵਿਜ਼ਟਰ ਵੀਜ਼ਾ ਹੈਗਾ, ਅਸੀਂ ਇੰਡੀਆ ਤੋਂ ਇੱਥੇ ਟੂਰਿਸਟ ਵੀਜ਼ੇ 'ਤੇ ਆ ਸਕਦੇ ਹਾਂ। ਅਜੇ ਬੰਦ ਕੀਤਾ ਹੋਇਆ ਜੀ, ਉੱਥੋਂ ਆਉਣਾ ਜਦੋਂ ਖੁੱਲ੍ਹਣਗੇ ਉਸ ਤੋਂ ਬਾਅਦ ਆ ਸਕੋਗੇ, ਅਜੇ ਨਹੀਂ ਤੁਸੀਂ ਆ ਸਕਦੇ। ਉਦੋਂ ਬਾਅਦ ਅਗਲਾ ਸਵਾਲ ਹੈ ਜੀ ਕਿ B1 B2 ਬਾਰੇ ਆ ਵੀ B1 B2 ਵੀਜ਼ੇ ਜਿਹੜੇ ਨੇ ਉਹ ਜੇ ਅਸੀਂ ਲਗਾਉਣਾ ਹੋਵੇ ਤਾਂ ਕਦੋਂ ਅਪਲਾਈ ਕਰ ਸਕਦੇ ਹਾਂ। ਦੇਖੋ ਇਸ ਤਰ੍ਹਾਂ ਆ ਕਿ B1 B2 ਵਿਜ਼ਟਰ ਵੀਜ਼ਾ ਉਹ ਅਜੇ ਬੰਦ ਆ, ਉਹਨੂੰ ਅਜੇ ਹੋ ਸਕਦਾ ਮਹੀਨਾ ਲੱਗੇ, 2 ਲੱਗੇ, 3 ਮਹੀਨੇ ਵੀ ਲੱਗ ਸਕਦੇ ਆ। ਜਦੋਂ ਉਹ ਸ਼ੁਰੂ ਹੋਊਗਾ ਉਦੋਂ ਤੁਸੀਂ ਆ ਸਕੋਗੇ। ਅਗਲਾ ਸਵਾਲ ਹੈ ਜੀ ਕਿ ਮੇਰਾ ਜਿਹੜਾ ਹਸਬੈਂਡ ਗ੍ਰੀਨ ਕਾਰਡ ਹੋਲਡਰ ਆ, ਉਹਨਾਂ ਨੇ ਮੇਰੀ ਪਟੀਸ਼ਨ 4 ਜੂਨ 2020 ਵਿੱਚ ਕੀਤੀ ਸੀ, ਪਰ ਅਜੇ ਤੱਕ ਕੋਈ ਪੇਪਰ ਨਹੀਂ ਨਿਕਲਿਆ, ਕਿੰਨਾ ਟਾਈਮ ਲੱਗੂਗਾ। ਦੇਖੋ ਜਦੋਂ ਗ੍ਰੀਨ ਕਾਰਡ ਹੋਲਡਰ ਦਾ ਅਸੀਂ ਅਪਲਾਈ ਕਰਦੇ ਹਾਂ ਤਾਂ ਉਹਨੂੰ ਟਾਈਮ ਲੱਗਦਾ, ਅਤੇ ਇਹਨੂੰ ਤਕਰੀਬਨ 4 ਜੂਨ 2020 'ਚ ਜੇ ਕੀਤੀ ਆ ਤਾਂ ਉਸ ਤੋਂ ਬਾਅਦ ਕੀ ਹੋਇਆ ਵੀ ਬੈਕਲੌਗ ਆ ਕਾਫੀ, ਅਤੇ ਇਹਨੂੰ 1.5 ਤੋਂ 2 ਸਾਲ ਲੱਗ ਰਹੇ ਆ। ਆਹ ਸਾਲ 'ਚ ਨਿਕਲਣੀ ਚਾਹੀਦੀ ਆ। ਬਾਕੀ ਤੁਸੀਂ ਪਤਾ ਕਰਦੇ ਰਹੋ ਜਾਂ ਸਾਨੂੰ ਪੇਪਰ ਆਪਣੇ ਈਮੇਲ ਕਰ ਦਿਓ, ਅਸੀਂ ਪਤਾ ਕਰ ਦਿਆਂਗੇ jpsinghattorney@gmail 'ਤੇ। ਅਗਲਾ ਸਵਾਲ ਹੈ ਜੀ ਕਿ ਸਾਡਾ ਫੈਮਿਲੀ ਦਾ ਕੇਸ F4 ਵੀਜ਼ਾ ਲਈ ਅਪਲਾਈ ਕੀਤਾ ਸੀਗਾ ਅਤੇ 19 ਅਪ੍ਰੈਲ 2020 ਨੂੰ, ਅਤੇ ਸਾਡਾ ਐਕਸਪਾਇਰ ਹੋ ਗਿਆ, ਲੱਗਿਆ ਸੀ, ਅਤੇ ਹੁਣ ਦੁਬਾਰਾ ਇਸ਼ੂ ਹੋਊਗਾ। ਜੇ ਤੁਹਾਡਾ ਲੱਗਿਆ ਹੀ ਤੁਸੀਂ ਨਹੀਂ ਆ ਸਕੇ ਕਿਸੇ ਵਜ੍ਹਾ ਕਰਕੇ, ਤੁਹਾਨੂੰ ਐਮਬੈਸੀ ਨਾਲ ਹੀ ਕੰਟੈਕਟ ਕਰਨਾ ਪੈਣਾ, ਉਹਨਾਂ ਨਾਲ ਕੰਟੈਕਟ ਕਰੋ ਅਤੇ ਉਹ ਤੁਹਾਨੂੰ ਦੁਬਾਰਾ ਇਸ਼ੂ ਜਿਹੜਾ ਵੀਜ਼ਾ ਉਹ ਕਰ ਸਕਦੇ ਆ। ਅਗਲਾ ਸਵਾਲ ਹੈ ਜੀ ਕਿ R1 ਤੇ 4 ਸਾਲ ਤੋਂ ਹੈਗਾ, ਪ੍ਰਾਈਸ 360 ਅਪਲਾਈ ਕੀਤੇ ਨੂੰ 6 ਮਹੀਨੇ ਹੋ ਗਏ, ਅਜੇ ਤੱਕ 26 ਮਹੀਨੇ ਉਹ ਪ੍ਰੋਸੈਸਿੰਗ ਦੱਸ ਰਿਹਾ। R1 1 ਸਾਲ ਦਾ ਰਹਿ ਗਿਆ। ਦੇਖੋ ਇਸ ਤਰ੍ਹਾਂ ਹੈ ਕਿ ਇਹ ਗੱਲ ਬੜੀ ਜ਼ਰੂਰੀ ਹੈ ਕਿ R1 ਤੁਹਾਡਾ ਵੈਲਿਡ ਰਵੇ। ਜੇ I360 ਜਿਹੜਾ 360 ਅਪਰੂਵ ਹੋਣ ਤੋਂ ਪਹਿਲਾਂ R1 ਖਤਮ ਹੋ ਗਿਆ, ਫਿਰ ਤੁਹਾਡਾ ਇੱਥੇ ਪ੍ਰੈਜ਼ੈਂਸ ਜਿਹੜੀ ਹੈਗੀ ਉਹ ਇਲੀਗਲ ਹੋ ਜਾਣੀ, ਤੁਹਾਨੂੰ ਇੱਥੇ ਕੁਝ ਨਹੀਂ ਮਿਲਣਾ। ਇਸ ਕਰਕੇ ਜੇ ਤਾਂ ਤੁਹਾਡਾ R1 ਐਕਸਟੈਂਡ ਹੁੰਦਾ ਠੀਕ ਹੈ, ਜੇ ਨਹੀਂ ਹੁੰਦਾ ਤੁਸੀਂ ਲਿਮਿਟ ਪੂਰੀ ਕਰਕੇ ਤੁਹਾਨੂੰ ਵਾਪਸ ਜਾਣਾ ਪਊਗਾ, ਉੱਥੋਂ ਫਿਰ ਵਾਪਸ ਆਉਣਾ ਪਊਗਾ, ਇਹ ਕਰਨਾ ਪੈਣਾ। ਉਦੋਂ ਬਾਅਦ ਅਗਲਾ ਸਵਾਲ ਹੈ ਜੀ ਕਿ F4 ਕੈਟਾਗਰੀ ਵੀਜ਼ੇ ਵਿੱਚ ਜਿਹੜੇ ਬੱਚੇ ਨੇ ਉਹ ਏਜ ਆਊਟ ਕਦੋਂ ਹੁੰਦੇ। ਏਜ ਆਊਟ ਤਾਂ 21 ਸਾਲ ਦੀ ਉਮਰ 'ਤੇ ਹੁੰਦੇ ਆ ਜੀ, ਪਰ ਜਿਹੜਾ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਆ ਉਹ ਕਵਰ ਕਰਦਾ। ਜੇ 21 ਤੋਂ ਉੱਪਰ ਵੀ ਹੋ ਜਾਣ ਤਾਂ ਉਹ ਕਵਰ ਕਰ ਜਾਂਦਾ, ਜੇ ਉਹਦੀ ਜਿਹੜੀ ਕੈਲਕੂਲੇਸ਼ਨ ਉਹਦੇ ਵਿੱਚ ਤੁਸੀਂ ਆਓ। ਅਤੇ ਅਗਲਾ ਸਵਾਲ ਹੈ ਜੀ ਕਿ ਜਿਹੜਾ F4 ਦਾ ਨਵਾਂ ਬਿੱਲ ਪੇਸ਼ ਹੋਣਾ ਸੀ ਉਹਦਾ ਕੀ ਬਣਿਆ। ਦੇਖੋ ਇਸ ਤਰ੍ਹਾਂ ਹੈ ਕਿ ਬਿੱਲ ਤਾਂ ਪੇਸ਼ ਹੋਇਆ, ਪਰ ਉਹ ਜੇ ਕਿਸੇ ਪਾਸੇ ਨਹੀਂ ਲੱਗਿਆ। ਜਿਹੜੇ 2 ਬਿੱਲ ਹਾਊਸ 'ਚੋਂ ਪਾਸ ਹੋ ਕੇ ਸੈਨੇਟ 'ਚ ਗਏ ਆ, ਉਹ ਵੀ ਅਜੇ ਕਿਸੇ ਪਾਸੇ ਨਹੀਂ ਲੱਗੇ। ਅਤੇ ਜਿਹੜੇ ਹਾਊਸ ਦੇ ਵਿੱਚ ਪੇਸ਼ ਹੋਇਆ ਸੀਗਾ, ਤੁਸੀਂ ਮੇਰਾ ਖਿਆਲ ਈਗਲ ਐਕਟ ਦੀ ਗੱਲ ਕਰਦੇ ਹੋ, ਉਹਦਾ ਅਜੇ ਜਿਹੜਾ ਹੈਗਾ ਕੁਛ ਨਹੀਂ ਬਣਿਆ, ਅਜੇ ਉਹ ਪੈਂਡਿੰਗ ਹੀ ਆ। ਉਦੋਂ ਬਾਅਦ ਅਗਲਾ ਸਵਾਲ ਹੈ ਜੀ ਕਿ ਕ੍ਰੈਡੀਬਲ ਜਿਹੜੀ ਫੀਅਰ ਇੰਟਰਵਿਊ ਹੈਗੀ ਆ, ਇਹਦਾ ਕੋਈ ਜਿਹੜਾ ਪਾਸ ਹੋਣ ਦਾ ਇਹਦਾ ਮਤਲਬ ਕਿੰਨਾ ਟਾਈਮ ਲੱਗਦਾ ਤਾਂ ਕੀ ਇਹ ਪਾਸ ਹੋ ਰਿਹਾ। ਦੇਖੋ ਕ੍ਰੈਡੀਬਲ ਫੀਅਰ ਇੰਟਰਵਿਊ ਦਾ ਮਤਲਬ ਹੁੰਦਾ ਕਿ ਉਹਨਾਂ ਨੇ ਇਹ ਮੇਕ ਸ਼ੋਰ ਕਰਨਾ ਕਿ ਤੁਹਾਡਾ ਕੇਸ ਜਿਹੜਾ ਕ੍ਰੈਡੀਬਲ ਆ, ਕਿ ਤੁਸੀਂ ਜਿਹੜੇ ਉਹਦੇ 5 ਗਰਾਊਂਡ ਨੇ ਅਸਾਈਲਮ ਦੇ ਉਹਦੇ ਵਿੱਚ ਆਉਂਦੇ ਹੋ ਕਿ ਨਹੀਂ ਆਉਂਦੇ। ਅਤੇ ਉਹਦੇ ਨਾਲ ਇਹ ਹੁੰਦਾ ਕਿ ਤੁਹਾਡਾ ਜਿਹੜਾ ਹੈਗਾ ਉਹ ਕੇਸ ਇਸ ਯੋਗ ਹੈਗਾ ਕਿ ਇਮੀਗ੍ਰੇਸ਼ਨ ਜੱਜ ਅੱਗੇ ਪੁੱਟ ਕੀਤਾ ਜਾਵੇ, ਮਤਲਬ ਉਹਦਾ ਇਹ ਆ। ਸੋ ਇਸ ਕਰਕੇ ਇਹਦੇ ਵਿੱਚ ਜੇ ਫਰਜ਼ ਕਰੋ ਇਹ ਕੇਸ ਤੁਹਾਡਾ ਨਹੀਂ ਉਹਨਾਂ ਨੂੰ ਲੱਗੇ ਵੀ ਉਹਨਾਂ ਗਰਾਊਂਡ ਦੇ ਵਿੱਚ ਆਉਂਦਾ ਤਾਂ ਫਿਰ ਫੇਲ ਕਰ ਦਿੰਦੇ, ਜੇ ਲੱਗੇ ਵੀ ਆਉਂਦਾ ਤਾਂ ਉਹਨੂੰ ਪਾਸ ਕਰਕੇ ਤੁਹਾਨੂੰ ਜੱਜ ਕੋਲ ਭੇਜ ਦਿੰਦੇ ਆ। ਜੇ ਫੇਲ ਕਰ ਦੇਣ ਤਾਂ ਇੱਕ ਤੁਹਾਡੀ ਜਿਹੜੀ ਇਮੀਗ੍ਰੇਸ਼ਨ ਜੱਜ ਆ ਉਹਦੇ ਕੋਲ ਇੰਟਰਵਿਊ ਹੁੰਦੀ ਆ, ਜੇ ਉੱਥੇ ਵੀ ਫੇਲ ਹੋ ਜਾਵੇ ਤਾਂ ਫਿਰ ਡੈਪੂਟੇਸ਼ਨ ਲੱਗ ਜਾਂਦੀ, ਜੇ ਉੱਥੇ ਪਾਸ ਹੋ ਜਾਵੇ ਤਾਂ ਫਿਰ ਕੇਸ ਦੁਬਾਰਾ ਚੱਲ ਜਾਂਦਾ। ਉਦੋਂ ਬਾਅਦ ਅਗਲਾ ਸਵਾਲ ਹੈ ਜੀ, ਉਹ ਇਹ ਕਹਿ ਰਹੇ ਨੇ ਕਿ ਮੇਰੀ ਸਿਸਟਰ ਦਾ F2A ਕੈਟਾਗਰੀ ਵੀਜ਼ਾ ਰਿਫਿਊਜ਼ ਹੋ ਗਿਆ ਅਗਸਤ 2019 'ਚ, ਅਤੇ ਉਹਨਾਂ ਨੇ USCIS ਨੂੰ ਫਾਈਲ ਵਾਪਸ ਭੇਜਤੀ ਇੱਥੇ ਅਤੇ ਜਨਵਰੀ 2020 'ਚ, ਪਰ ਅਜੇ ਤੱਕ ਕੋਈ ਕੋਰਸਪੋਂਡੈਂਸ ਨਹੀਂ ਆਈ। ਦੇਖੋ ਇਸ ਤਰ੍ਹਾਂ ਹੈਗਾ ਕਿ ਉਹ ਜੇ ਰਿਫਿਊਜ਼ ਕਰ ਲੈਣ ਤਾਂ ਇੱਥੇ ਭੇਜ ਦੇਣ, ਇੱਥੋਂ ਕੋਰਸਪੋਂਡੈਂਸ ਆਏਗੀ, ਟਾਈਮ ਲੱਗਦਾ, ਉਹ ਬੈਕਲੌਗ ਕਰਕੇ ਡਿਲੇ ਹੈਗੀ ਆ, ਅਤੇ ਉਹ ਤੁਹਾਨੂੰ ਮਤਲਬ ਪੁੱਛਣਗੇ ਵੀ ਆਹ ਚੀਜ਼ਾਂ ਸਾਨੂੰ ਦਿਓ, ਜਾਂ ਕੋਈ ਤੁਹਾਡੇ ਕੋਲੋਂ ਹੋਰ ਕਾਰਨ ਪੁੱਛਣਗੇ ਕਿ ਕਿਉਂਕਿ ਜਿਹਨਾਂ ਨੂੰ ਰਿਲੇਸ਼ਨਸ਼ਿਪ 'ਤੇ ਡਾਊਟ ਆ, ਕਿਉਂਕਿ F2A ਜਿਹੜੀ ਕੈਟਾਗਰੀ ਆ ਉਹ ਬੇਸਿਕਲੀ ਗ੍ਰੀਨ ਕਾਰਡ ਹੋਲਡਰ ਅਤੇ ਹਸਬੈਂਡ ਵਾਈਫ ਦੀ ਕੈਟਾਗਰੀ ਆ। ਸੋ ਜੇ ਉਹਨਾਂ ਨੂੰ ਮੈਰਿਜ 'ਤੇ ਡਾਊਟ ਆ ਜਾਂ ਰਿਲੇਸ਼ਨਸ਼ਿਪ 'ਤੇ ਡਾਊਟ ਆ, ਉਹਦੇ ਬਾਰੇ ਤੁਹਾਡੇ ਕੋਲ ਪ੍ਰੂਫ ਮੰਗ ਸਕਦੇ ਨੇ, ਸੋ ਉਹ ਤੁਹਾਨੂੰ ਦੇਣੇ ਪੈਣੇ ਆ। ਜੇ ਇੱਥੋਂ ਅਪਰੂਵ ਕਰਕੇ ਦੁਬਾਰਾ ਭੇਜ ਦੇਣਗੇ ਫਿਰ ਵੀਜ਼ਾ ਮਿਲ ਜਾਂਦਾ, ਤਾਂ ਇੱਥੇ ਤੁਹਾਨੂੰ ਪਰਸਿਊ ਕਰਨਾ ਪਏਗਾ। ਉਦੋਂ ਬਾਅਦ ਅਗਲਾ ਸਵਾਲ ਹੈ ਜੀ ਕਿ F4 'ਚ 1 ਦਸੰਬਰ ਤੋਂ ਮੂਵ ਨਹੀਂ ਹੋ ਰਹੀ, ਅਤੇ ਇਹਨੂੰ ਕਿੰਨਾ ਟਾਈਮ ਲੱਗੂਗਾ। ਨਹੀਂ, ਮੂਵ ਤਾਂ ਹੋ ਰਹੀ ਆ ਜੀ ਕੈਟਾਗਰੀ, ਅਤੇ ਇਹ ਆ ਵੀ
ਪਰ ਇਹ ਆ ਵੀ ਸਲੋ ਮੂਵ ਹੋ ਰਹੀ ਹੈ। ਹੁਣ ਦੇਖਾਂਗੇ ਅਗਸਤ ਦੇ ਵਿੱਚ ਕਿੰਨੇ ਕੁ ਜਿਹੜੀ ਮੂਵ ਹੋਈ ਆ। ਤੇ ਅਜੇ ਤੁਹਾਡਾ ਕੇਸ ਤੁਸੀਂ ਕਹਿੰਦੇ ਮਈ 2006 ਦਾ ਆ, ਅਜੇ ਤਾਂ ਅਗਸਤ 2005 ਚੱਲ ਰਿਹਾ, ਜੇ ਟਾਈਮ ਲੱਗੂਗਾ। ਤੇ ਜਿਹੜੇ ਪੇਪਰ ਲੈ ਰਹੇ ਆ ਉਹ ਦਸੰਬਰ ਦੇ ਲੈ ਰਹੇ ਆ 2005 ਦੇ। ਤੇ ਹੁਣ ਦੇਖਦੇ ਆ ਅਗਸਤ ਦੇ ਵਿੱਚ ਕੀ ਆਪਣਾ ਕਿੰਨਾ ਕੁ ਮੂਵ ਹੋਇਆ, ਪਰ ਸਲੋ ਆ ਜੇ। ਉਦੋਂ ਬਾਅਦ ਜੀ ਅਗਲਾ ਸਵਾਲ ਹੈ ਕਿ ਉਹ ਕਹਿੰਦੇ ਨੇ ਕਿ ਮੈਂ ਬ੍ਰਿਟਿਸ਼ ਸਿਟੀਜ਼ਨ ਹਾਂ ਤੇ ਮੈਂ ਗ੍ਰੀਨ ਕਾਰਡ ਵਾਸਤੇ ਅਪਲਾਈ ਕਰ ਸਕਦਾ ਅਮਰੀਕਾ 'ਚ। ਦੇਖੋ ਇਸ ਤਰ੍ਹਾਂ ਕਿ ਅਮਰੀਕਾ ਦੇ ਵਿੱਚ ਤੁਸੀਂ ਜੇ ਕਿਸੇ ਹੋਰ ਮੁਲਕ ਦੇ ਸਿਟੀਜ਼ਨ ਹੋ, ਚਾਹੇ ਇੰਗਲੈਂਡ ਦੇ ਹੋ, ਚਾਹੇ ਕੈਨੇਡਾ ਦੇ ਹੋ ਜਾਂ ਆਸਟ੍ਰੇਲੀਆ ਦੇ, ਉਹਦੀ ਬੇਸ 'ਤੇ ਆਪਣੇ ਆਪ ਗ੍ਰੀਨ ਕਾਰਡ ਨਹੀਂ ਮਿਲਦਾ, ਨਾ ਹੀ ਵਰਕ ਪਰਮਿਟ ਮਿਲਦਾ। ਉਹਦੇ ਵਾਸਤੇ ਜਿਹੜੇ ਅੱਡ ਪ੍ਰੋਗਰਾਮ ਆ ਉਹਨਾਂ 'ਚ ਆਉਣਾ ਪੈਂਦਾ। ਜਿਵੇਂ ਕਿ EB-5 ਹੁੰਦਾ, ਇਨਵੈਸਟਮੈਂਟ ਦੀ ਕੈਟਾਗਰੀ ਆ, ਉਹ 'ਚ ਤੁਸੀਂ ਪੈਸੇ ਇਨਵੈਸਟ ਕਰਨੇ ਆ। ਜਾਂ H-1 ਹੁੰਦਾ ਕਿ ਤੁਸੀਂ ਜੇ ਤੁਹਾਨੂੰ ਕੋਈ ਕੰਪਨੀ ਸਪਾਂਸਰ ਕਰੇ, ਤੁਸੀਂ ਹਾਈਲੀ ਐਜੂਕੇਟਡ ਹੈਗੇ ਹੋ। ਤੇ ਜਾਂ L-1 ਵੀਜ਼ਾ ਹੁੰਦਾ ਕਿ ਇੱਥੇ ਕਿਸੇ ਦਾ ਬਿਜ਼ਨਸ ਹੈਗਾ, ਉਹਨੂੰ ਲੋੜ ਹੈਗੀ ਹੈ, ਜਾਂ ਉਹਦਾ ਬਾਹਰ ਦੀ ਕੰਟਰੀ ਦੇ ਵਿੱਚ ਬਿਜ਼ਨਸ ਆ, ਉਹਦਾ ਇੱਥੇ ਵੀ ਆ, ਤਾਂ ਉਹਨੇ ਇੱਥੇ ਬੰਦੇ ਮੰਗਾਉਣੇ ਆ ਉੱਥੋਂ। ਇਸ ਕਿਸਮ ਦੇ ਜਿਹੜੇ ਪ੍ਰੋਗਰਾਮ ਹੁੰਦੇ ਉਹਨਾਂ ਦੇ ਵਿੱਚ ਤੁਸੀਂ ਆ ਸਕਦੇ ਹੋ। ਤੇ ਜਾਂ ਕਈ ਲੋਕੀ ਜਿਹੜੇ ਅਨਮੈਰਿਡ ਹੁੰਦੇ ਨੇ ਜਾਂ ਉਹ US ਸਿਟੀਜ਼ਨ ਨਾਲ ਵਿਆਹ ਕਰਾ ਲੈਂਦੇ ਆ, ਫੇਰ ਆ ਸਕਦੇ ਆ। ਸੋ ਇਹ ਕੈਟਾਗਰੀਆਂ ਨੇ। ਅਦਰਵਾਈਜ਼ ਆਪਣੇ ਆਪ ਗ੍ਰੀਨ ਕਾਰਡ ਜਾਂ ਵਰਕ ਪਰਮਿਟ ਨਹੀਂ ਮਿਲਦਾ। ਉਦੋਂ ਬਾਅਦ ਅਗਲਾ ਸਵਾਲ ਹੈ ਜੀ ਕਿ ਮੈਂ ਗ੍ਰੀਨ ਕਾਰਡ ਹੋਲਡਰ ਹਾਂ ਤਾਂ ਮੈਂ ਇੰਡੀਆ ਜਾਣਾ ਤੇ ਜਿਹੜੀ ਹੈਗੀ ਪਰਮਿਸ਼ਨ ਜਿਹੜੀ ਲੈਣੀ ਆ ਤੇ 1 ਸਾਲ ਤੋਂ ਵੱਧ ਰਹਿਣਾ, ਉਹ ਮੈਂ ਲੈ ਸਕਦਾ। ਦੇਖੋ ਇੱਦਾਂ ਹੁੰਦਾ ਕਿ ਜਿਹੜੀ ਹੁੰਦੀ ਆ ਉਹ ਪਰਮਿਸ਼ਨ ਤੁਹਾਨੂੰ 2 ਸਾਲ ਦਾ ਰੀਐਂਟਰੀ ਪਰਮਿਟ ਜਿਹੜਾ ਲੈਣਾ ਪੈਂਦਾ, ਉਹ ਤੁਸੀਂ ਅਪਲਾਈ ਕਰਕੇ ਲੈ ਸਕਦੇ ਹੋ। ਉਹਦੀ ਜਿਹੜੀ ਸਰਕਾਰੀ ਫੀਸ ਹੈਗੀ ਆ $660। ਜਿਹੜੇ ਰਿਫਿਊਜੀ ਸੈਲੀ ਆ ਉਹਨਾਂ ਲਈ ਘੱਟ ਆ, ਪਰ ਦੂਜਿਆਂ ਲਈ ਇੰਨੀ ਆ। ਤੇ ਉਹਦੇ ਫਿੰਗਰਪ੍ਰਿੰਟ ਹੁੰਦੇ ਨੇ ਤੇ ਉਹ ਤੁਸੀਂ 2 ਸਾਲ ਤੱਕ ਰਿਕੁਐਸਟ ਕਰ ਸਕਦੇ ਹੋ। ਤੇ ਉਹਦੇ ਵਿੱਚ ਟਾਈਮ ਦੇ ਮੁੜਨਾ ਹੁੰਦਾ, ਤੁਸੀਂ ਫਿੰਗਰਪ੍ਰਿੰਟ ਕਰਾਉਣ ਤੋਂ ਪਹਿਲਾਂ ਨਹੀਂ ਜਾ ਸਕਦੇ, ਉਹ ਕਰਾ ਕੇ ਜਾ ਸਕਦੇ ਹੋ। ਜੇ ਤੁਹਾਨੂੰ ਪਰਮਿਸ਼ਨ ਮਿਲ ਜੇ ਫਿਰ ਤੁਸੀਂ ਸਾਲ ਤੋਂ ਉੱਪਰ ਰਹਿ ਸਕਦੇ ਹੋ। ਜੇ ਨਹੀਂ ਮਿਲਦੀ ਤੁਹਾਨੂੰ ਵਿਦਨ 1 ਈਅਰ ਵਾਪਸ ਆਉਣਾ ਪੈਂਦਾ। ਜੇ ਸਿਟੀਜ਼ਨਸ਼ਿਪ ਲੈਣੀ ਆ ਤਾਂ 6 ਮਹੀਨੇ ਦੇ ਅੰਦਰ ਅੰਦਰ ਹੀ ਵਾਪਸ ਆਉਣਾ ਪਏਗਾ। ਉਦੋਂ ਬਾਅਦ ਅਗਲਾ ਸਵਾਲ ਹੈਗਾ ਜੀ, ਉਹ ਇਹ ਕਹਿ ਰਹੇ ਆ ਕਿ ਅਸੀਂ USA ਦੇ ਲਈ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਸਾਡੇ ਫਾਦਰ ਦਾ F-4 ਵੀ ਅਪਲਾਈ ਕੀਤਾ ਹੋਇਆ ਮਿਲ ਜੂ। ਕੋਈ ਜ਼ਰੂਰੀ ਨਹੀਂ ਹੈਗਾ ਜੀ, ਕਿਉਂਕਿ ਜੇ ਤੁਹਾਡਾ ਇਮੀਗ੍ਰੈਂਟ ਵੀਜ਼ਾ ਅਪਲਾਈ ਹੋਇਆ, ਭਾਵੇਂ ਨੂੰ ਟਾਈਮ ਹੀ ਲੱਗ ਰਿਹਾ, ਉਹ ਜਿਹੜੇ ਆ ਸਟੱਡੀ ਵੀਜ਼ੇ ਹੁੰਦੇ ਨੇ F-1 ਜਾਂ ਜਿਹੜੇ ਹੁੰਦੇ ਨੇ B-1 B-2 ਵੀਜ਼ਾ, ਇਹਨੂੰ ਡਿਨਾਈ ਕਰ ਸਕਦੇ ਆ। ਸੋ ਇਸ ਕਰਕੇ ਇਹਦੇ 'ਚ ਕੋਈ ਗਰੰਟੀ ਨਹੀਂ ਹੈਗੀ ਵੀ ਮਿਲ ਜੂਗਾ। ਤੇ ਇਸ ਤੋਂ ਬਾਅਦ ਅਗਲਾ ਸਵਾਲ ਹੈਗਾ ਜੀ, ਉਹ ਇਹ ਕਹਿ ਰਹੇ ਆ ਕਿ ਕੋਈ ਸਟੂਡੈਂਟ ਵੀਜ਼ੇ ਵੀ ਸਾਨੂੰ ਮਿਲਿਆ ਹੋਇਆ, ਅਸੀਂ ਆ ਸਕਦੇ ਹਾਂ, ਦੀ ਅਪਡੇਟ ਦਿਓ। ਦੇਖੋ ਇਸ ਤਰ੍ਹਾਂ ਹੈਗਾ ਕਿ ਜਿਹੜੇ ਸਟੂਡੈਂਟ ਵੀਜ਼ੇ ਨੇ ਉਹਨਾਂ 'ਤੇ ਤਾਂ ਕੋਈ ਬੰਦ ਨਹੀਂਗਾ, ਵਿਜ਼ਟਰ ਵੀਜ਼ੇ 'ਤੇ ਆ। ਸੋ ਜੇ ਕਿਸੇ ਨੂੰ ਸਟੂਡੈਂਟ ਵੀਜ਼ਾ ਲੱਗਿਆ ਤੇ ਉਹਦੀਆਂ ਕਲਾਸਿਸ ਸ਼ੁਰੂ ਹੋ ਰਹੀਆਂ ਫਾਲ ਦੇ ਵਿੱਚ, ਉਹ ਆ ਸਕਦਾ। ਤੇ ਇਹਦੇ 'ਚ ਬੇਸਿਕਲੀ ਐਡਮਿਸ਼ਨ ਲੈਣੀ ਪੈਂਦੀ ਹੈ ਇੱਥੇ ਕਿਸੇ ਮਤਲਬ ਕਾਲਜ ਜਾਂ ਸਕੂਲ ਜਾਂ ਯੂਨੀਵਰਸਿਟੀ 'ਚ। ਤੇ I-20 ਫਾਰਮ ਲੈਣਾ ਪੈਂਦਾ, ਸਪਾਂਸਰਸ਼ਿਪ ਲੈਣੀ ਪੈਂਦੀ ਹੈ, ਫਿਰ ਸ਼ੋਅ ਕਰਨਾ ਪੈਂਦਾ ਵੀ ਫੰਡਸ ਹੈਗੇ ਸਾਡੇ ਕੋਲ ਜਿਹੜੀਆਂ ਫੀਸਾਂ ਵਗੈਰਾ ਦੇਣ ਦੇ ਜਾਂ ਰਹਿਣ ਦੇ, ਤਾਂ ਫਿਰ ਵੀਜ਼ਾ ਮਿਲਦਾ। ਉਹਨਾਂ ਨੇ ਐਮਬੈਸੀ ਨੇ ਦੇਖਣਾ ਹੁੰਦਾ ਵੀ ਕੀ ਇਹ ਸਟੂਡੈਂਟ ਜੈਨੂਇਨ ਆ, ਜੇ ਅਸਲੀ ਹੈਗਾ ਤਾਂ ਉਹ ਵੀਜ਼ਾ ਜਿਹੜੇ ਆ ਉਹ ਦੇ ਸਕਦੇ ਆ। ਇਸ ਤੋਂ ਬਾਅਦ ਅਗਲਾ ਸਵਾਲ ਹੈ ਜੀ, ਉਹ ਕਹਿ ਰਹੇ ਕਿ ਸਾਡੀ ਫਾਈਲ 2005 ਅਪ੍ਰੈਲ ਦੀ ਆ, ਸਾਨੂੰ 19 ਵਿੱਚ ਲੈਟਰ ਆ ਗਿਆ ਸੀ ਤੇ ਸਾਡਾ ਪੇਪਰ ਵਰਕ 20 ਵਿੱਚ ਡਨ ਹੋ ਗਿਆ ਸੀਗਾ। ਉਦੋਂ ਬਾਅਦ ਇੰਟਰਵਿਊ ਨਹੀਂ ਆ ਰਹੀ। ਦੇਖੋ ਉਹ ਡਿਲੇ ਉਹਦੇ ਕਰਕੇ ਸੀ ਵੀ ਬੰਦ ਹੋ ਗਏ ਸੀ ਪਿੱਛੇ ਇਹ ਇਸ ਕੈਟਾਗਰੀ ਦੇ ਵੀਜ਼ੇ ਲੱਗਣੇ ਤੋਂ, ਹੁਣ ਦੁਬਾਰਾ ਖੁੱਲ੍ਹੇ ਆ। ਤੁਸੀਂ ਉਹਨਾਂ ਨਾਲ ਕੰਟੈਕਟ ਕਰੋ, ਈਮੇਲ ਕਰੋ, ਤੁਹਾਨੂੰ ਡੇਟ ਆਊਗੀ, ਪਰ ਪੈਰ ਵੀ ਤੁਹਾਨੂੰ ਇਹਦੀ ਜ਼ਰੂਰਤ ਜਿਹੜੀ ਆ ਉਹ ਕਰਨੀ ਚਾਹੀਦੀ ਆ। ਅਗਲਾ ਸਵਾਲ ਹੈ ਕਿ ਸਾਡਾ F-4 ਦਾ 2005 ਦਾ ਕੇਸ ਆ, ਫਰਵਰੀ ਦਾ, ਸਾਨੂੰ ਇੰਟਰਵਿਊ ਦਾ ਕੁਝ ਨਹੀਂ ਆਇਆ ਤੇ ਹੁਣ ਇਹਦਾ ਕਿੰਨਾ ਟਾਈਮ ਲੱਗੂਗਾ। ਉੱਥੇ ਦਾ ਹੁਣ ਅਗਸਤ ਤੱਕ ਦਾ ਚੱਲ ਰਿਹਾ। ਤੁਹਾਨੂੰ ਜੇ ਇੰਟਰਵਿਊ ਨਹੀਂ ਆਈ ਤੁਹਾਨੂੰ ਪਤਾ ਕਰਨਾ ਚਾਹੀਦਾ, ਕਿਉਂਕਿ ਫਰਵਰੀ 2005 ਵਾਲਿਆਂ ਨੂੰ ਤਾਂ ਦੇ ਰਹੇ ਨੇ ਇੰਟਰਵਿਊ, ਅਗਸਤ ਤੱਕ ਦੇ ਰਹੇ ਨੇ 2005 ਤੱਕ। ਤੁਸੀਂ ਉਹਨਾਂ ਨੂੰ ਈਮੇਲ ਕਰੋ, ਪਤਾ ਕਰੋ, ਇਹੀ ਇੱਕ ਤਰੀਕਾ। ਤੇ ਅਗਲਾ ਹੋਰ ਸਵਾਲ ਹੈ ਜੀ, ਇਹ ਕਹਿੰਦੇ ਮੈਂ ਗ੍ਰੀਨ ਕਾਰਡ ਹੋਲਡਰ ਹਾਂ ਤੇ ਮੈਂ ਇੰਡੀਆ ਜਾਣਾ ਚਾਹੁੰਦਾ 1 ਸਾਲ ਲਈ, ਤੇ ਕੀ ਮੈਂ ਸਾਲ ਤੋਂ ਵੱਧ ਰਹਿ ਚੁੱਕਾ। ਮੈਂ ਇਸੇ ਕਿਸਮ ਦਾ ਅੱਗੇ ਜਵਾਬ ਦੇ ਕੇ ਹਟਿਆ ਕਿ ਤੁਸੀਂ ਸਾਲ ਤੋਂ ਵੱਧ ਰਹਿ ਸਕਦੇ ਹੋ, ਪਰ ਤੁਹਾਨੂੰ ਜਾਣ ਵਾਸਤੇ ਰੀਐਂਟਰੀ ਪਰਮਿਟ ਲੈਣਾ ਪੈਣਾ, ਪਰਮਿਸ਼ਨ ਲੈਣੀ ਪੈਣੀ ਆ ਤੇ ਉਹ ਤੁਹਾਨੂੰ ਅਪਲਾਈ ਕਰਨਾ ਪੈਣਾ। ਫਾਰਮ I-131 ਹੁੰਦਾ, $660 ਉਹਦੀ ਸਰਕਾਰੀ ਫੀਸ ਆ, ਫਿੰਗਰਪ੍ਰਿੰਟ ਪਾ ਕੇ। ਤੇ ਰਿਫਿਊਜੀ ਜਿਹੜੇ ਸੈਲੀ ਵਾਲਿਆਂ ਦੀ ਘੱਟ ਆ, ਦੂਜਿਆਂ ਦੀ ਇੰਨੀ ਆ, ਤੇ ਉਹ ਤੁਸੀਂ ਅਪਲਾਈ ਕਰੋ ਤੇ ਜੇ ਉਹ ਅਪਰੂਵ ਹੋ ਗਿਆ ਤਾਂ ਫਿਰ ਤੁਸੀਂ ਸਾਲ ਤੋਂ ਵੱਧ ਰਹਿ ਸਕਦੇ ਹੋ, ਅਦਰਵਾਈਜ਼ ਤੁਹਾਨੂੰ ਆਉਣਾ ਪਏਗਾ। ਅਗਲਾ ਸਵਾਲ ਹੈ ਜੀ, ਉਹ ਇਹ ਕਹਿ ਰਹੇ ਆ ਕਿ ਸਾਡਾ F-4 ਕੈਟਾਗਰੀ ਦਾ 13 ਮਈ 2005 ਦਾ ਹੈਗਾ ਤੇ ਬੱਚਿਆਂ ਦੀ ਉਮਰ 21 ਸਾਲ ਤੋਂ ਉੱਪਰ ਹੋ ਗਈ, ਆ ਸਕਦੇ ਆ। ਦੇਖੋ ਉਹੀ ਜੇ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਹੋਣਗੇ ਕਵਰ ਤਾਂ ਆ ਸਕਦੇ, ਅਦਰਵਾਈਜ਼ ਨਹੀਂ ਆ ਸਕਦੇ। ਅਗਲਾ ਸਵਾਲ ਹੈ ਜੀ, ਉਹ ਇਹ ਕਹਿ ਰਹੇ ਆ ਕਿ ਸਾਡੇ ਬਰਥ ਸਰਟੀਫਿਕੇਟ ਉੱਤੇ ਸਰਨੇਮ ਜਿਹੜਾ ਹੈਗਾ ਉਹ ਨਹੀਂ ਆ, ਪਰ ਸਕੂਲ ਦੇ ਵਿੱਚ ਸਰਨੇਮ ਹੈਗਾ ਤੇ ਆਧਾਰ ਕਾਰਡ ਦੇ ਉੱਪਰ ਵੀ ਹੈਗਾ, ਤੇ ਹੁਣ ਅਸੀਂ ਕਿੱਦਾਂ ਕਰੀਏ। ਠੀਕ ਹੈ, ਤੁਸੀਂ ਐਕਸਪਲੇਨ ਕਰ ਸਕਦੇ ਹੋ ਉਹਨਾਂ ਨੂੰ, ਕਿਉਂਕਿ ਬਰਥ ਸਰਟੀਫਿਕੇਟ 'ਤੇ ਤਾਂ ਕਈ ਵਾਰੀ ਨਾਂ ਹੀ ਨਹੀਂ ਹੁੰਦਾ ਕਈ ਬੱਚਿਆਂ ਦਾ, ਜਾਂ ਬਰਥ ਸਰਟੀਫਿਕੇਟ 'ਤੇ ਸਰਨੇਮ ਨਹੀਂ ਹੁੰਦਾ, ਪਰ ਬਾਅਦ ਦੇ ਵਿੱਚ ਤੁਸੀਂ ਲਾਇਆ, ਇਹ ਐਕਸਪਲੇਨੇਸ਼ਨ ਦਿੱਤੀ ਜਾ ਸਕਦੀ ਹੈ ਵੀ ਤੁਸੀਂ ਸੇਮ ਪਰਸਨ ਹੀ ਹੋ।
ਸੋ ਇਹਦਾ ਕੋਈ ਐਡਾ ਜਿਹੜਾ ਹੈਗਾ ਉਹ ਫਰਕ ਨਹੀਂ ਪੈਂਦਾ, ਪਰ ਉਹਨਾਂ ਨੂੰ ਐਕਸਪਲੇਨ ਕਰਨਾ ਪਏਗਾ। ਤੇ ਅਗਲਾ ਸਵਾਲ ਹੈ ਜੀ, ਉਹ ਕਹਿ ਰਹੇ ਆ ਕਿ ਬੌਂਡ ਕਿੰਨੇ ਦਾ ਪੈ ਰਿਹਾ ਹੁਣ। ਬੌਂਡ ਤਾਂ ਇਹ ਡਿਪੈਂਡ ਕਰਦਾ ਜੀ ਜੱਜ ਦੇ ਉੱਤੇ, ਤੇ ਜਿਹੜੇ ਤਾਂ ਹੁਣ ਫੈਮਲੀਆਂ ਦੇ ਨਾਲ ਆਉਂਦੇ ਆ, ਆਪਣੇ ਜਿਹੜੇ ਬੱਚਿਆਂ ਦੇ ਨਾਲ ਹਸਬੈਂਡ ਵਾਈਫ, ਉਹਨਾਂ ਨੂੰ ਤਾਂ ਜਿਹੜਾ ਕਈਆਂ ਨੂੰ ਤਾਂ ਪੈਂਦਾ ਹੀ ਨਹੀਂ ਬੌਂਡ, ਉੱਦਾਂ ਹੀ ਛੱਡ ਦਿੰਦੇ ਆ, ਜਾਂ ਬਹੁਤ ਘੱਟ ਹੈ। ਲੇਕਿਨ ਜਿਹੜੇ ਕ੍ਰੈਡੀਬਲ ਫੀਅਰ ਵਗੈਰਾ ਪਾਸ ਕਰਕੇ ਇਮੀਗ੍ਰੇਸ਼ਨ ਜੱਜ ਕੋਲ ਜਾਂਦੇ ਆ, ਉਹ ਜੱਜ ਕਰਦੇ ਨੇ। ਕਈ ਜੱਜ ਜਿਹੜੇ ਆ ਉਹ 15,000 ਦਾ ਕਰ ਰਹੇ, ਕਿ 5 ਦਾ ਕਰ ਰਹੇ, ਕਿ 25,000 ਦਾ ਵੀ ਕਰ ਰਹੇ, ਡਿਪੈਂਡ ਕਰਦਾ ਕਿਹੜੀ ਜੂਰਿਸਡਿਕਸ਼ਨ ਹੈ, ਕਿਸ ਤਰ੍ਹਾਂ ਆ। ਅਗਲਾ ਸਵਾਲ, ਆਖਰੀ ਸਵਾਲ ਹੈ ਜੀ, ਕਿ ਮੇਰਾ F3 ਕੈਟਾਗਰੀ ਦਾ 2008 'ਚ ਅਪਲਾਈ ਕੀਤਾ ਸੀ, ਡਾਕੂਮੈਂਟ ਕੁਆਲੀਫਾਈ ਹੋ ਗਏ ਆ, ਤੇ ਇੰਟਰਵਿਊ ਨਹੀਂ ਆਈ। ਦੇਖੋ ਇੰਟਰਵਿਊ ਚੱਲ ਰਹੀ ਹੈ ਨਵੰਬਰ 2008 ਦੀ, ਜੇ ਡਾਕੂਮੈਂਟ ਲੈ ਲਿਆ ਤੁਸੀਂ ਵੇਟ ਕਰੋ, ਤੁਹਾਡੀ ਇੰਟਰਵਿਊ ਦੀ ਡੇਟ ਜ਼ਰੂਰ ਆਏਗੀ। ਤੇ ਪਰ ਇਹ ਆ ਵੀ ਪਿੱਛੇ ਡਿਲੇ ਸੀ ਬੈਕਲੌਗ ਕਰਕੇ, ਪਰ ਤੁਹਾਨੂੰ ਵੇਟ ਕਰਨੀ ਪੈਣੀ ਆ। ਸੋ ਇਹ ਸੀਗੇ ਤੁਹਾਡੇ ਸਵਾਲ। ਤੇ ਇਹਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਅਪਡੇਟ ਦੇਣੀ ਚਾਹੁੰਦਾ ਕਿ ਮੈਂ ਇਹ ਆਪਣੇ ਵੱਲੋਂ ਕੋਸ਼ਿਸ਼ ਕਰ ਰਿਹਾ ਕਿ ਇੱਕ ਤਾਂ ਜਿਹੜੇ ਅਸਾਈਲਮ ਵਾਲੇ, ਪੋਲੀਟੀਕਲ ਅਸਾਈਲਮ ਵਾਲਿਆਂ ਨੂੰ ਇੱਥੇ ਵਰਕ ਪਰਮਿਟ ਜਿਹੜੇ ਮਿਲਦੇ ਨੇ, ਸਾਲ ਲੱਗਦਾ ਰਿਨਿਊਅਲ ਦਾ, ਉਹਦਾ ਟਾਈਮ ਘਟੇ, ਉਹਦੇ ਬਾਰੇ ਅਸੀਂ। ਤੇ ਇੱਕ ਮੈਂ ਇਹ ਟਰਾਈ ਕਰ ਰਿਹਾ ਕਿ ਜਿਹੜੀ ਅੰਬੈਸੀ ਹੈਗੀ ਆ, ਪੰਜਾਬ ਵਾਲਿਆਂ ਨੂੰ ਬੰਬੇ ਜਾਣਾ ਪੈਂਦਾ, ਉਹਦੀ ਬਜਾਏ ਦਿੱਲੀ ਜੇ ਹੋ ਜਾਵੇ ਤਾਂ ਜ਼ਿਆਦਾ ਬੈਟਰ ਆ। ਉਹਦੇ ਬਾਰੇ ਅਸੀਂ ਅਮਰੀਕਾ ਦੇ ਲੀਡਰਾਂ ਨੂੰ ਮਿਲ ਰਹੇ ਹਾਂ, ਤੇ 2-3 ਲੀਡਰਾਂ ਨੂੰ ਅਸੀਂ ਮਿਲੇ ਹਾਂ, ਤੇ ਉਹਨਾਂ ਨਾਲ ਗੱਲਬਾਤ ਕੀਤੀ ਆ, ਤੇ ਉਹਨਾਂ ਨੂੰ ਅਸੀਂ ਲੈਟਰ ਵੀ ਦਿੱਤੀ ਆ। ਹੁਣ ਅਗਲੇ ਹਫਤੇ ਫੇਰ ਮੀਟਿੰਗਾਂ ਨੇ, ਤਾਂ ਮੇਰੀ ਕੋਸ਼ਿਸ਼ ਹੈਗੀ ਹੈ ਕਿ ਜੇ ਇਹ ਹੋ ਸਕੇ ਤਾਂ ਇਹ 2 ਕੰਮ ਜਿਹੜੇ ਨੇ ਇਹ ਬਹੁਤ ਜ਼ਰੂਰੀ ਨੇ, ਕਿਉਂਕਿ ਜਿਹੜੇ ਇੱਥੇ ਪੋਲੀਟੀਕਲ ਅਸਾਈਲਮ ਦੇ ਕੇਸ ਕਰਦੇ ਆ, ਉਹਨਾਂ ਨੂੰ ਰਿਨਿਊਅਲ ਜਿਹੜਾ ਵਰਕ ਪਰਮਿਟ ਕਰਾਉਣ ਵਾਸਤੇ 10-10 ਮਹੀਨੇ 8-8 ਮਹੀਨੇ ਵੇਟ ਕਰਨੀ ਪੈਂਦੀ ਹੈ। ਇਹ ਵੀ ਉਹਨਾਂ ਨਾਲ ਧੱਕਾ ਆ। ਤੇ ਜਿਨ੍ਹਾਂ ਨੂੰ ਉੱਥੇ ਮੁੰਬਈ ਦੇ ਵਿੱਚ ਇੰਟਰਵਿਊ ਦੇਣਾ ਜਿਹੜਾ ਹੈ ਜਾਣਾ ਪੈਂਦਾ, ਉਹ ਬਹੁਤ ਦੂਰ ਪੈਂਦੀ ਹੈ ਪੰਜਾਬ, ਤੇ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਕਾਫੀ ਅਮਰੀਕਾ ਦੇ ਲੀਡਰਾਂ ਨੂੰ ਮਿਲੇ ਆ, ਤੇ ਇਹਦੇ ਬਾਰੇ ਮੈਂ ਤੁਹਾਨੂੰ ਆਉਂਦੇ ਪ੍ਰੋਗਰਾਮਾਂ ਦੇ ਵਿੱਚ ਵੀ ਜਾਣਕਾਰੀ ਜਿਹੜੀ ਆ ਉਹ ਦਿੰਦਾ ਰਹਾਂਗਾ। ਤੇ ਹੁਣ ਟਾਈਮ ਹੋ ਗਿਆ ਤੁਹਾਡੇ ਤੋਂ ਆਗਿਆ ਲੈਣ ਦਾ। ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law.